अमरदास पद बंद। रामदास अर्जन गुरु बर श्री हर गोबिंद। हरि राय हर कृष्ण गुरु तेग बहादुर चंद। दसवें गोबिंद सिंह गुरु नमो चरणे अरबिंद। जिसमें अमृत ज्ञान है माणिक भगत वैराग। गुरु ग्रंथ साहिब उदद बंदो कर अनुराग। श्री गुर शब्द कमाए जिन जीते पंच बेकार। तिन संतन को बंदना सिर चरणन पर तार। एक ओंकारा सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। दोहरा श्री गुर चरण खगेश सामा। जाए शरण तिन कोय जग बंधन अहराज से। मुक्त तिन ते सोए। श्री गुर चरण खगेश सामा। वाहिगुरु जी का खालसा वाहिगुरु जी की फतेह। सतगुरु धन धन श्री गुरु नानक देव साहिब जी महाराज। धन धन श्री गुरु गोबिंद सिंह साहिब जी महाराज। धन धन श्री गुरु ग्रंथ साहिब सच्चे पातशाह जी महाराज। सतगुरु जी दे साजी नवाजे गुरु प्यारे गुरु रूप साध संगत जीओ। आप कर्मां वाले वड्डियां भागां वाले हो जो संध्या के समय तो ही श्री गुरु ग्रंथ साहिब महाराज जी के दर्शन करके निहाल किरतार्थ हो रहे हो। गुरु ग्रंथ साहिब महाराज की पावन पवित्र बाणी दे पावन हुक्मनामे आप जी ने सरवण कीते हैं। सो दर रहरास है बाणी दे जाप सरवण करके लाहा प्राप्त किया है। हुण जो नितनेम नाल ही श्री गुरु नानक साहिब महाराज जी की कथा आप सरवण कर रहे हाँ। गुरु नानक देव महाराज वक्खो वखरे स्थानां ते जाके बेअंत जीवां दा उद्धार कीता। पशु प्रेत मुगध सब नूं सतगुरु जी ने तारना कीता। देशां विदेशां दा रटन करके जो संसार के जीव मंदी मत वाले भुले भटके सन उन्होंने सीधे राह पाया। परमेश्वर का जो सच्चा नाम वाहिगुरु है वो जपाया। सत्संग की महिमा दसी सेवा की महिमा दसी। इस तरह ही सतगुरु जी जो सोनदीप है टापू उस दे नेड़े नेड़े जिन्ने टापू हैं समुंदर विच छोटे छोटे उन्हां दे इर्द गिर्द ही सतगुरु जी विचर रहे हैं। जिथे दे लोग तरह तरह के जीव कोई राक्ष वर्गा कोई जंगली
ਕੋਈ ਜਿਹੜੇ ਟੋੜੇ ਟਾਮਣਾ ਵਿੱਚ ਫਸੇ ਹਨ, ਉਹਨਾਂ ਸਾਰਿਆਂ ਨੂੰ ਸਤਿਗੁਰੂ ਜੀ ਨੇ ਸਿੱਧੇ ਰਾਹ ਪਾਇਆ। ਗੁਰੂ ਨਾਨਕ ਸਾਹਿਬ ਮਹਾਰਾਜ ਇਸੇ ਤਰ੍ਹਾਂ ਹੀ ਜੋ ਦੇਵ ਗੰਧਾਰ ਦੇਪਾਗਿਰੀ ਦੇ ਕੋਲ ਹੈ ਟਾਪੂ, ਉੱਥੇ ਪਹੁੰਚੇ ਜਿੱਥੇ ਸਾਰੇ ਪਹਾੜੀ ਪਹਾੜ ਦਿਸ ਰਹੇ ਸਨ। ਭਾਈ ਮਰਦਾਨਾ ਜੀ ਜਿਹਨੇ ਇਹ ਪਹਾੜ ਦੇਖ ਕੇ ਕਿਹਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ, ਇੱਥੇ ਦੇ ਸਾਰੇ ਪਹਾੜੀ ਪਹਾੜ ਨਜ਼ਰ ਆ ਰਹੇ ਹੈ, ਕੋਈ ਸ਼ਹਿਰ ਇੱਥੇ ਹੈ ਕਿ ਜਾਂ ਨਹੀਂ ਹੈ, ਤੇ ਆਪ ਕਿਰਪਾ ਕਰੋ ਕਿ ਆਪ ਜੀ ਦੀ ਆਗਿਆ ਹੋਵੇ ਤੇ ਮੈਂ ਇਹਦੇ ਭੁੱਖ ਨਾਲ ਬੜਾ ਵਿਆਕੁਲ ਹਾਂ। 3 ਦਿਨ ਬੀਤ ਗਏ ਆ, ਕੁਝ ਨਹੀਂ ਛਕਿਆ ਹੈ, ਤੇ ਇਹ ਨਗਰ ਵਿੱਚ ਜਿੱਥੇ ਆਪਾਂ ਹੁਣ ਪਹੁੰਚੇ ਮੈਂ ਜਾਵਾਂ ਕਿ ਨਾ ਜਾਵਾਂ, ਆਪ ਜੀ ਦੀ ਆਗਿਆ ਚਾਹੀਦੀ ਹੈ। ਸਤਿਗੁਰੂ ਜੀ ਕਹਿੰਦੇ ਭਾਈ ਮਰਦਾਨਾ ਸੰਤੋਖ ਧਾਰ ਕੇ ਇੱਥੇ ਬੈਠ, ਜੋ ਤੇਰੇ ਕਰਮਾਂ ਭਾਗਾਂ 'ਚ ਹੋਵੇਗਾ ਪ੍ਰਾਲਬਧ ਦੇ ਵਿੱਚ ਇੱਥੇ ਪ੍ਰਾਪਤ ਹੋ ਜਾਏਗਾ। ਜਿੱਥੇ ਜਾਂਦਾ ਹੈ ਉੱਥੇ ਜਾ ਕੇ ਸ਼ਹਿਰ ਦਾ ਨਾਮ ਪਹਿਲਾਂ ਪੁੱਛਦਾ ਹੈ, ਕਿਤੇ ਵੀ ਚੁੱਪ ਕਰਕੇ ਨਹੀਂ ਬੈਠਦੇ ਤੁਸੀਂ। ਭਾਈ ਮਰਦਾਨਾ ਜੀ ਜਦੋਂ ਖਿੱਝ ਕੇ ਬੋਲੇ ਹੈ, ਮਹਾਰਾਜ ਮੈਂ ਤੇ 3 ਦਿਨਾਂ ਦਾ ਭੁੱਖਾ, ਜੇ ਹੁਣ ਪੁੱਛ ਲਿਆ ਤੇ ਤੁਸੀਂ ਮੈਨੂੰ ਮਿਹਣੇ ਦਿੰਦੇ ਹੋ। ਇੱਕ ਤੇ ਮੈਂ ਭੁੱਖਾ ਹਾਂ, ਦੂਸਰਾ ਤੁਸੀਂ ਮੇਰੇ ਤੇ ਹਾਸੀ ਮਜ਼ਾਕੀ ਕਰਦੇ ਹੋ, ਮਖੌਲ ਕਰਦੇ ਹੋ ਮੈਨੂੰ, ਇਸ ਤਰ੍ਹਾਂ ਮੇਰਾ ਕਿਵੇਂ ਨਿਭਾਅ ਹੋਵੇਗਾ। ਇੱਧਰ ਗੁਰੂ ਜੀ ਦੀ ਆਗਿਆ, ਜਦੋਂ ਗੁਰੂ ਨੇ ਕਿਹਾ ਵੀ ਇੱਥੇ ਬੈਠੇ ਰਹੋ, ਬੈਠ ਗਏ ਹੈ। ਫਿਰ ਕੋਲ ਹੀ ਪਹਾੜ ਸੀ ਥੋੜ੍ਹਾ ਉੱਚਾ, ਜਿਹੜਾ ਉੱਚਾ ਥਾਂ, ਉੱਥੇ ਖਲੋ ਕੇ ਦੇਖ ਰਹੇ ਆ। ਕੀ ਵੇਖਿਆ ਵੀ ਜਿਹੜੇ ਦੈਂਤ ਹੈ ਬੜੇ ਬੜੇ ਤਕੜੇ ਰਾਖਸ਼ ਦੇਵਲੂਤ ਰਾਜਾ ਸੀ ਉਹਨਾਂ ਦਾ, ਉਹ ਚੱਲਦੇ ਆ ਰਹੇ ਕਾਲਿਆਂ ਪਹਾੜਾਂ ਵਾਂਗ, ਕਾਲੇ ਰੰਗ ਦੇ। ਭਾਈ ਮਰਦਾਨਾ ਜੀ ਨੇ ਉਹਨਾਂ ਨੂੰ ਜਦੋਂ ਦੇਖਿਆ ਸਰੀਰ ਕੰਬਣ ਲੱਗ ਪਿਆ। ਉੱਧਰੋਂ ਉਹਨਾਂ ਦੈਂਤਾਂ ਨੇ ਜਦੋਂ ਵੇਖਿਆ ਤਿੰਨਾਂ ਨੂੰ ਸਤਿਗੁਰੂ ਜੀ ਦੇ ਸਮੇਤ, ਭਾਈ ਬਾਲਾ ਮਰਦਾਨਾ ਨੂੰ ਬਹੁਤ ਖੁਸ਼ ਹੋਏ ਹੈ। ਦੇਵਲੂਤ ਜੋ ਰਾਜਾ ਰਾਖਸ਼ਾਂ ਦਾ ਕਹਿੰਦਾ ਵੀ 3 ਮਨੁੱਖ ਆਪਾਂ ਨੂੰ ਮਿਲ ਗਏ ਹੈ, ਮਾਸ ਖਾਵਾਂਗੇ ਇਹਨਾਂ ਦਾ, ਛੇਤੀ ਜਾ ਕੇ ਫੜ ਲਓ ਇਹਨਾਂ ਨੂੰ, ਭੱਜ ਨੱਠ ਨਾ ਜਾਣ। ਉਹ 3 ਕੁ ਰਾਖਸ਼ ਭੇਜੇ ਹੈ। ਤਿੰਨਾਂ ਰਾਖਸ਼ਾਂ ਨੇ ਜਦੋਂ ਆਉਣਾ ਕੀਤਾ, ਜਦੋਂ ਹੀ ਗੁਰੂ ਜੀ ਦੇ ਨੇੜੇ ਆਏ ਤੇ ਅੰਨੇ ਹੋ ਗਏ। ਉਹ ਇੱਧਰ ਉੱਧਰ ਡਾਵਾਂ ਡੋਲ ਖਾਂਦੇ ਫਿਰਦੇ ਹੈ। ਜਦੋਂ ਪਿਛਾਂਹ ਵੱਲ ਮੁੜਦੇ ਉਦੋਂ ਦਿਖਦਾ ਹੈ, ਜਦੋਂ ਸਤਿਗੁਰੂ ਜੀ ਵੱਲ ਜਾਂਦੇ ਉਦੋਂ ਅੰਨੇ ਹੋ ਜਾਂਦੇ। ਮੁੜ ਆ ਕੇ ਦੇਵਲੂਤ ਰਾਖਸ਼ ਨੂੰ ਦੱਸਿਆ, ਉਹਨਾਂ ਨੂੰ ਬੜਾ ਗੁੱਸੇ ਨਾਲ ਬੋਲਿਆ। ਫਿਰ ਹੋਰ 3 ਜਾਣੇ ਭੇਜੇ, ਉਹਨਾਂ ਨਾਲ ਵੀ ਉਸੇ ਤਰ੍ਹਾਂ ਹੋਈ, ਉਹ ਵੀ ਅੰਨੇ ਹੋ ਗਏ। ਇਸ ਤਰ੍ਹਾਂ 7 ਵਾਰੀ ਜਿਹੜੇ ਭੇਜੇ ਆ ਰਾਖਸ਼ ਸਤਿਗੁਰੂ ਜੀ ਨੂੰ ਫੜਨ ਵਾਸਤੇ, ਪਰ 7 ਵਾਰੀ ਉਹ ਅੰਨੇ ਹੋ ਕੇ ਮੁੜੇ। ਅਖੀਰੀ ਮੰਤਰੀ ਕਹਿੰਦਾ ਵੀ ਮੈਂ ਜਾਣਾ ਹਾਂ, ਤੇ ਜੇ ਤੁਹਾਡੀ ਆਗਿਆ ਹੋਵੇ। ਦੇਵਲੂਤ ਕਹਿੰਦਾ ਵੀ ਮੇਰੀ ਆਗਿਆ ਤੂੰ ਜਾ। ਇਹ ਮਨ ਨੂੰ ਐ ਸ਼ੁੱਧ ਕਰਕੇ ਬਿਨਾਂ ਛਲ ਕਪਟ ਤੋਂ ਗਿਆ ਹੈ। ਅਰਦਾਸ ਕੀਤੀ ਮਨ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ, ਮੈਂ ਤੁਹਾਡੇ ਐ ਸੰਤ ਜੀ ਦਰਸ਼ਨ ਕਰਨਾ ਚਾਹੁੰਦਾ, ਮੇਰੀ ਸ਼ਰਧਾ ਪੂਰੀ ਕਰੋ, ਮੈਂ ਤੁਹਾਡੀ ਸੇਵਾ ਕਰਾਂਗਾ। ਤੇ ਇਹ ਫਿਰ ਬੇਨਤੀਆਂ ਕਰਦਾ ਕਰਦਾ ਸਤਿਗੁਰੂ ਜੀ ਪਾਸ ਚਲਾ ਗਿਆ। ਦਰਸ਼ਨ ਕੀਤੇ ਹੈ, ਬੜੀ ਉਸਤਤ ਕੀਤੀ ਹੈ। ਸਤਿਗੁਰੂ ਜੀ ਦਾ ਨਾਮ ਪੁੱਛ ਕੇ ਵੀ ਨਾਮ ਕੀ ਹੈ, ਭਾਈ ਬਾਲਾ ਜੀ ਨੇ ਦੱਸਿਆ ਵੀ ਨਾਮ ਇਹਨਾਂ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਹੈ, ਮਹਾਨ ਗੁਰੂ ਹੈ। ਮੇਰਾ ਨਾਮ ਬਾਲਾ ਹੈ, ਇਹਨਾਂ ਦਾ ਨਾਮ ਮਰਦਾਨਾ ਜੀ ਹੈ। ਇਹ ਫਿਰ ਸਿਫਤ ਕਰਕੇ ਸਤਿਗੁਰੂ ਜੀ ਦੀ ਮੱਥਾ ਟੇਕ ਕੇ ਵਾਪਸ ਮੁੜ ਆਇਆ। ਜਾ ਕੇ ਦੇਵਲੂਤ ਰਾਖਸ਼ ਨੂੰ ਕਿਹਾ ਵੀ ਉਹਨਾਂ ਦੀ ਸ਼ਰਣੀ ਪੈ ਜਾਓ, ਤੇ ਮਹਾਨ ਸੰਤ ਹਨ। ਇਹ ਕਹਿੰਦਾ ਵੀ ਮੈਂ ਤੇ ਨਹੀਂ ਸ਼ਰਣੀ ਪੈਂਦਾ, ਮੇਰਾ ਤੇ ਭੋਜਨ ਹੈ ਮਨੁੱਖ, ਮੈਂ ਤੇ ਖਾਵਾਂਗਾ ਉਹਨਾਂ ਨੂੰ। ਜਦੋਂ ਆਪ ਆਇਆ ਹੈ ਆਪਣੇ ਰਾਖਸ਼ ਸਾਥੀ ਲੈ ਕੇ, ਉਸੇ ਤਰ੍ਹਾਂ ਇਹਦੇ ਨਾਲ ਹੋਈ, ਇੰਨਾ ਹੋ ਗਿਆ। ਫਿਰ ਜਦੋਂ ਦਿਖਦਾ ਨਹੀਂ ਹੈ ਤੇ ਮੰਤਰੀ ਨੇ ਕਿਹਾ ਹੈ ਕਿ ਦੱਸ ਹੁਣ ਤੇਰੀ ਕਿਵੇਂ ਸੁੱਧ ਖਬਰਸਾਰ ਹੈ। ਇਹ ਡਰ ਬਹੁਤ ਗਿਆ, ਕਹਿੰਦਾ ਵੀ
ਕੀ ਕਰਨਾ ਹੈ, ਮੇਰੇ ਤੇ ਕੁਝ ਦਿਸ ਨਹੀਂ ਰਿਹਾ ਹੈ। ਮੈਂ ਬੇਨਤੀ ਕਰਦਾ ਵੀ ਜੇ ਮੈਨੂੰ ਦਰਸ਼ਨ ਦੇਣ ਸੰਤ ਜੀ, ਮੈਂ ਇਹਨਾਂ ਦੀ ਸ਼ਰਨ ਪੈ ਜਾਵਾਂਗਾ, ਸਦਾ ਹੀ ਸੇਵਾ ਕਰਾਂਗਾ। ਮੰਤਰੀ ਨੇ ਸਤਿਗੁਰ ਜੀ ਅੱਗੇ ਬੇਨਤੀ ਕੀਤੀ। ਫਿਰ ਇਹਨੂੰ ਗੁਰੂ ਜੀ ਨੇ ਕਿਹਾ ਵੀ ਇਹ ਦੇਵਲੂਦ ਰਾਖਸ਼, ਕੀ ਤੂੰ ਅੰਨਾ ਹੋਇਆ ਫਿਰਦਾ ਹੈ, ਆਪਣੇ ਨੇਤਰ ਖੋਲ੍ਹ ਇੱਕ ਕਰ। ਇਹਨੇ ਜਦੋਂ ਅੱਖਾਂ ਖੋਲ੍ਹੀਆਂ, ਸਤਿਗੁਰ ਜੀ ਦੇ ਦਰਸ਼ਨ ਕੀਤੇ, ਚਰਨੀ ਢਹਿ ਪਿਆ। ਫਿਰ ਤੇ ਗੁਰੂ ਸਾਹਿਬ ਦੀ ਮਹਿਮਾ ਜਾਣ ਗਿਆ। ਆਪਣੇ ਸਾਥੀ ਜਿਹੜੇ ਨਾਲ ਦੇ, ਉਹ ਵੀ ਜਿਹੜੇ ਰਾਖਸ਼ ਬੜੇ ਦੀਨ ਮਾਣੇ ਹੋਏ ਆ, ਗੁਰੂ ਜੀ ਦੇ ਚਰਨੀ ਪੈ ਕੇ ਵੀ ਮਹਾਰਾਜ ਚਲੋ ਸਾਡੇ ਗ੍ਰਹਿ ਘਰ, ਉੱਥੇ ਦਰਸ਼ਨ ਦਿਓ, ਉੱਥੇ ਰਹੋ ਕੁਝ ਦਿਨ। ਇਹਨਾਂ ਦੀ ਬੇਨਤੀ ਸੁਣ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜੇ ਆ, ਫਿਰ ਜਿਵੇਂ ਇਹਨਾਂ ਦੇ ਮਹਿਲਾਂ ਵਿੱਚ ਆਏ, ਇਹਨਾਂ ਨੇ ਭੋਜਨ ਛਕਣ ਨੂੰ ਦਿੱਤਾ। ਦੇਵਲੂਤ ਰਾਖਸ਼ ਹੋਣਾ ਨੇ ਉਹ ਪ੍ਰਸੰਗ ਅੱਜ ਆ ਰਿਹਾ, ਆਪਾਂ ਸਰਵਣ ਕਰੀਏ। ਗੁਰੂ ਚਰਨਾਂ ਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰ ਚਰਨ ਖਗੇਸ਼ ਸਾਮਾ। ਭਾਈ ਸੰਤੋਖ ਸਿੰਘ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੀ ਮਹਿਮਾ ਕਰਦੇ ਹੋਏ ਮੰਗਲ ਕਰਦੇ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਿਹੜੇ ਚਰਨ ਹਨ, ਉਹ ਜੋ ਪੰਛੀਆਂ ਦਾ ਸੁਆਮੀ ਰਾਜਾ ਗਰੜ ਪੰਛੀ, ਜੋ ਵਿਸ਼ਨੂੰ ਭਗਵਾਨ ਦੀ ਜੋ ਸਵਾਰੀ ਹੈ ਗਰੜ, ਉਸ ਦੇ ਸਮਾਨ ਹੈ ਗੁਰੂ ਸਾਹਿਬ ਜੀ ਦੇ ਚਰਨ। ਜਾਏ ਸਰਨ ਤਿਨ ਕੋਏ। ਆ ਜਿਹੜਾ ਵੀ ਕੋਈ ਸਤਿਗੁਰੂ ਜੀ ਦੇ ਗਰੜ ਸਮਾਨ ਚਰਨਾਂ ਦੀ ਸ਼ਰਨ ਚਲਿਆ ਜਾਏਗਾ, ਜੀਵ ਰੂਪੀ ਪੰਛੀ। ਜਗ ਬੰਧਨ ਅਹਰਾਜ ਸੇ। ਜਿਹੜੇ ਸੰਸਾਰ ਦੇ ਮੋਹ ਮਮਤਾ ਦੇ ਬੰਧਨ ਹੈ, ਇਹ ਅਹਰਾਜ ਸੱਪਾਂ ਦੇ ਜੋ ਰਾਜ ਹੈ, ਤਛਕ ਨਾਗ ਤੇ ਬਾਸੁਕ ਨਾਗ, 8 ਕਿਸਮਾਂ ਦੇ ਵੱਡੇ ਨਾਗ ਹੈ। ਇਹਨਾਂ ਦੇ ਜੋ ਸਮਾਨ ਹੈ ਮੋਹ ਮਮਤਾ ਦੇ ਸੰਸਾਰ ਦੇ ਬੰਧਨ, ਤਿਨ ਤੇ ਸੋਏ। ਉਹ ਜੀਵ ਰੂਪੀ ਪੰਛੀ ਇਹਨਾਂ ਤੋਂ ਮੁਕਤ ਹੋ ਜਾਵੇਗਾ, ਜਗਤ ਦੇ ਮੋਹ ਮਮਤਾ ਦੇ ਬੰਧਨਾਂ ਤੋਂ। ਨਹੀਂ ਤਾਂ ਜੇ ਕੋਈ ਸੱਪਾਂ ਦੇ ਘੇਰੇ ਵਿੱਚ ਆ ਜਾਏ ਤਾਂ ਉਹਦਾ ਬਚਣਾ ਮੁਸ਼ਕਲ ਹੈ, ਨਿਕਲ ਨਹੀਂ ਸਕਦਾ। ਜਿੱਥੇ 4 ਚੁਫੇਰੇ ਸੱਪ ਹੀ ਸੱਪ ਇਕੱਠੇ ਹੋ ਜਾਣ, ਉੱਥੇ ਨਿਕਲਣਾ ਔਖਾ ਹੋ ਜਾਏਗਾ, ਨਿਕਲੇ ਨਹੀਂ ਸਕਦਾ ਜੀਵ। ਇਸੇ ਤਰ੍ਹਾਂ ਹੀ ਜਿਹੜਾ ਮੋਹ ਮਮਤਾ ਦੇ ਬੰਧਨਾਂ 'ਚ ਫਸ ਗਿਆ, ਇਹ ਸੱਪਾਂ ਵਾਂਗ ਹੀ ਹੈ, ਉਹ ਨਹੀਂ ਨਿਕਲ ਸਕਦਾ, ਉਹਦੇ ਵਿੱਚ ਹੀ ਫਸਿਆ ਰਹੇਗਾ। ਪਰ ਜੇ ਗੁਰੂ ਰੂਪੀ ਜਿਹੜੇ ਚਰਨ ਹੈ, ਗੁਰੂ ਦੇ ਚਰਨ ਰੂਪੀ ਜਿਹੜਾ ਗਰੜ ਹੈ, ਇਹਨਾਂ ਦੀ ਸ਼ਰਨ ਜਿਹੜਾ ਕੋਈ ਜੀਵ ਰੂਪੀ ਪੰਛੀ ਚਲਿਆ ਜਾਵੇਗਾ, ਤੇ ਉਹ ਮੋਹ ਮਮਤਾ ਦੇ ਜਿਹੜੇ ਬੰਧਨ ਹੈ, ਤਛਕ ਨਾਗ ਬਾਸਕ ਨਾਗ ਵਰਗੇ, ਇਹਨਾਂ ਤੋਂ ਮੁਕਤ ਹੋ ਜਾਏਗਾ। ਜਿਵੇਂ ਉਹ ਸੱਪ ਜਿਹੜੇ ਨੱਠ ਜਾਂਦੇ ਗਰੜ ਪੰਛੀ ਨੂੰ ਵੇਖ ਕੇ, ਬਹੁਤ ਬਲੀ ਹੈ ਦੱਸਿਆ, ਉਹ ਬਹੁਤ ਬਲੀ ਹੈ, ਸੱਪਾਂ ਉੱਪਰ ਦਬੋਚ ਲੈਂਦਾ ਉਹ ਸੱਪਾਂ ਨੂੰ। ਇਵੇਂ ਮਹਾਭਾਰਤ ਵਿੱਚ ਹੀ ਉਹ ਕਥਾ ਹੁੰਦੀ ਇਸ ਤਰ੍ਹਾਂ ਦੀ, ਜਿਹੜਾ ਕੋਈ ਸੁਣਨ ਵਿੱਚ ਅਜੀਬੋ ਗਰੀਬ ਜੀ ਲੱਗਦੀ ਹੈ, ਕਿ ਜਿਹੜਾ ਗਰੜ ਪੰਛੀ ਹੈ ਬਹੁਤ ਬਲੀ ਹੈ, ਜੋ ਕਛਪ ਰਿਹੀ ਹੋਇਆ ਹੈ, ਕਛਪ, ਤੇ ਉਸ ਦੀਆਂ 4 ਪਤਨੀਆਂ ਸਨ। ਜੋ ਦਸ਼ ਰਾਜਾ ਉਹਦੀਆਂ ਪੁੱਤਰੀਆਂ ਨੇ ਵਰੀਆਂ ਹੋਈਆਂ ਸਨ ਕਛਪ ਨੇ। ਇੱਕ ਦਾ ਨਾਮ ਸੀ ਦਿਤੀ, ਦੂਸਰੀ ਦਾ ਨਾਮ ਅਦਿਤੀ, ਤੀਸਰੀ ਦਾ ਨਾਮ ਬਿਨਤਾ ਤੇ ਚੌਥੀ ਦਾ ਨਾਮ ਕਦਰੂ। ਤੇ ਉਹ ਜੋ ਪਹਿਲੀ ਹੈ ਦਿਤੀ ਦੇ ਉਦਰ ਤੋਂ ਜਿਹੜੇ ਦੈਂਤ ਪੈਦਾ ਹੋਏ ਰਾਖਸ਼। ਜਿਹੜੀ ਅਦਿਤੀ ਹੈ ਉਹਦੇ ਉਦਰ ਤੋਂ ਪੇਟ ਤੋਂ ਦੇਵਤੇ ਪੈਦਾ ਹੋਏ, ਜਿੰਨੇ ਵੀ ਦੇਵਤੇ ਹਨ। ਇਵੇਂ ਮਹਾਭਾਰਤ ਵਿੱਚ ਕਥਾ ਲਿਖੀ ਹੋਈ।
ਤੇ ਜਿਹੜਾ ਬਿਨਤਾ ਹੈ ਉਹਦੇ ਪੇਟ ਤੋਂ ਇਹ ਗਰੜ ਜੋ ਹੈ ਗਰੜ ਪੈਦਾ ਹੋਇਆ। ਜਿਹੜੀ ਕਦਰੂ ਉਹਦੇ ਪੇਟੋਂ ਸੱਪ ਜੰਮੇ, ਸੱਪਾਂ ਨੇ ਜਨਮ ਲਿਆ। ਤੇ ਉਹ ਜੋ ਕਦਰੂ ਸੀ ਤੇ ਬਿਨਤਾ, ਗਰੜ ਦੀ ਮਾਂ ਬਿਨਤਾ ਤੇ ਕਦਰੂ ਜਿਹੜੀ ਸੱਪਾਂ ਦੀ ਮਾਂ, ਇਹਨਾਂ ਦੀ ਆਪੋ ਵਿੱਚ ਇਹ ਗੱਲ ਹੋਈ, ਗੱਲ ਚੱਲ ਪਈ। ਗੱਲ ਇਹ ਚੱਲੀ ਪਈ, ਉਹ ਕਹਿੰਦੀ ਹੈ ਜਿਹੜੀ ਕਦਰੂ ਵੀ ਜੋ ਸੂਰਜ ਦਾ ਘੋੜਾ ਹੈ ਸਤਮੁਖੀਆ, ਉਹ ਕਾਲੇ ਰੰਗ ਦਾ ਹੈ। ਜਿਹੜੀ ਗਰੜ ਦੀ ਮਾਤਾ ਹੈ ਬਿਨਤਾ, ਉਹ ਕਹਿੰਦੀ ਵੀ ਨਹੀਂ, ਸੂਰਜ ਦਾ ਜਿਹੜਾ ਘੋੜਾ ਸਤਮੁਖੀਆ ਉਹ ਚਿੱਟੇ ਰੰਗ ਦਾ ਹੈ। ਉਹ ਚਿੱਟੇ ਰੰਗ ਦਾ ਕਹੇ, ਇੱਕ ਕਾਲੇ ਰੰਗ ਦਾ ਕਹੇ। ਅਖੀਰੀ ਇਹ ਗੱਲ ਦਾ ਮਤਾ ਕੀਤਾ ਵੀ ਜੇ ਕਦਰੂ ਕਹਿੰਦੀ ਵੀ ਜੇ ਉਸ ਸਤਮੁਖੀਆ ਘੋੜਾ ਸੂਰਜ ਦਾ ਕਾਲੇ ਰੰਗ 'ਚ ਹੋਇਆ ਤੇ ਫਿਰ ਬਿਨਤਾ ਤੂੰ ਮੇਰੀ ਦਾਸੀ ਬਣੇ, ਗੋਲੀ ਬਣ ਕੇ ਰਹੇਂਗੀ, ਤੂੰ ਮੇਰੇ ਅਧੀਨ ਰਹੇਂਗੀ। ਪਰ ਜੇ ਉਹਦਾ ਘੋੜੇ ਦਾ ਮੂੰਹ ਚਿੱਟਾ ਹੋਇਆ ਤੇ ਫਿਰ ਤੂੰ ਜਿਹੜਾ ਮੇਰੇ ਅਧੀਨ ਰਹਿਣਾ ਹੈ, ਮੈਂ ਤੇਰੇ ਅਧੀਨ ਰਵਾਂਗੀ। ਫਿਰ ਉਹ ਗੱਲ ਪੱਕੀ ਹੋ ਗਈ ਇਸ ਤਰ੍ਹਾਂ। ਫਿਰ ਜਿਹੜੀ ਕਦਰੂ ਸੀ ਛਲ ਫਰੇਬਣ ਸੀ, ਇਹਨੇ ਆਪਣੇ ਜਿਹੜੀ ਔਲਾਦ ਹੈ, ਜਿਹੜੇ ਸੱਪ ਸਨ, ਉਹਨਾਂ ਨੂੰ ਕਿਹਾ ਵੀ ਤੁਸਾਂ ਨੇ ਮੇਰੀ ਜਿੱਤ ਦਾ ਸਵਾਲ ਹੈ ਤੇ ਜਿਹੜਾ ਸੂਰਜ ਦਾ ਘੋੜਾ ਸਤਮੁਖੀਆ ਹੈ, ਜਦੋਂ ਕੋਈ ਦੇਖਣ ਜਾਵੇ ਤੁਸੀਂ ਉਸ ਨੂੰ ਲਪੇਟੇ ਮਾਰ ਲੈਣੇ ਆਲੇ ਦੁਆਲੇ, ਜਦੋਂ ਕੋਈ ਵੇਖੇ ਬਸ ਉਹਨੂੰ ਕਾਲਾ ਹੀ ਦਿਸੇ। ਇਹਨਾਂ ਨੇ ਆਪਣੀ ਮਾਂ ਕਦਰੂ ਦੀ ਗੱਲ ਮੰਨ ਕੇ ਨਾਗਾਂ ਨੇ, ਸੱਪਾਂ ਨੇ ਜਿਹੜਾ ਸਤਮੁਖੀਆ ਸੂਰਜ ਦਾ ਘੋੜਾ ਤੇ ਉਹਨੂੰ ਜਾ ਕੇ ਲਪੇਟੇ ਮਾਰ ਲਏ, ਉਹ ਕਾਲਾ ਹੀ ਕਾਲਾ ਦਿਸੇ। ਜਦੋਂ ਵੇਖਣਾ ਕੀਤਾ ਹੈ, ਇੱਧਰ ਗਰੜ ਦੀ ਮਾਤਾ ਬਿਨਤਾ ਨੇ, ਉਹ ਕਾਲਾ ਦਿਸਣ ਲੱਗਿਆ ਛਲ ਫਰੇਬ ਕਰਕੇ। ਹੈ ਤੇ ਚਿੱਟਾ ਸੀ ਪਰ ਉਹ ਫਰੇਬ ਕਰਕੇ ਕਾਲਾ ਜਦੋਂ ਦਿਸਣ ਲੱਗਾ ਤੇ ਫਿਰ ਉਹਨੂੰ ਕਦਰੂ ਨੇ ਜਿਹੜਾ ਅਧੀਨ ਕਰ ਲਿਆ, ਆਪਣੇ ਗੋਲੀ ਬਣਾ ਲਿਆ। ਜਿਵੇਂ ਗੋਲੀਆਂ ਕੰਮ ਕਰਾਈਦਾ, ਪਾਣੀ ਢਵਾਉਣਾ, ਮਹਿਲਾਂ 'ਚ ਕੰਮ ਕਰਾਉਣੇ, ਤੇ ਉਹ ਇੱਦਾਂ ਕੰਮ ਕਰਾਇਆ ਕਰੇ। ਜਦੋਂ ਗਰੜ ਨੂੰ ਪਤਾ ਲੱਗਾ ਇਸ ਗੱਲ ਦਾ ਕਿ ਮੇਰੀ ਮਾਤਾ ਨਾਲ ਇਹਨਾਂ ਧੋਖਾ ਕੀਤਾ ਹੈ, ਅਧੀਨ ਕੀਤਾ ਹੋਇਆ, ਗੋਲੀ ਬਣਾਇਆ ਹੋਇਆ, ਫਿਰ ਉਹ ਗਿਆ ਇੱਕ ਦਿਨ ਵੀ ਇਹਨਾਂ ਨਾਗਾਂ ਨੂੰ ਵੀ ਕਿਹਾ ਤੇ ਕਦਰੂ ਨੂੰ ਵੀ ਕਿਹਾ, ਜੋ ਮਤਰੇਈ ਮਾਂ ਸੀ, ਵੀ ਮੇਰੀ ਮਾਤਾ ਨੂੰ ਤੁਸੀਂ ਬਖਸ਼ ਸਕਦੇ ਹੋ, ਬਖਸ਼ ਦਿਓ। ਤੇ ਉਹ ਜਿਹੜੇ ਤਛਕ ਨਾਗ, ਬਾਸਕ ਨਾਗ, ਸੱਪ ਸਨ, ਇਹਨਾਂ ਸਾਰਿਆਂ ਨੇ ਕਿਹਾ ਵੀ ਹਾਂ ਬਖਸ਼ ਤੇ ਅਸੀਂ ਸਕਦੇ ਹਾਂ, ਪਰ ਇੱਕ ਕੰਮ ਨਾਲ, ਇੱਕ ਸ਼ਰਤ ਨਾਲ, ਜੇ ਤੂੰ ਸਾਨੂੰ ਅੰਮ੍ਰਿਤ ਲਿਆ ਦੇ, ਤੇ ਅੰਮ੍ਰਿਤ ਦੇ ਦੇਵੇਂ ਤੇ ਫਿਰ ਅਸੀਂ ਬਖਸ਼ ਦਿਆਂਗੇ, ਫਿਰ ਤੇਰੀ ਮਾਤਾ ਨੂੰ ਛੱਡ ਦਿਆਂਗੇ, ਗੋਲੀ ਨਹੀਂ ਬਣਾਵਾਂਗੇ। ਗਰੜ ਕਹਿੰਦਾ ਵੀ ਹਾਂ ਮੈਂ ਇੱਕ ਵਾਰ ਦੇਵਲੋਕ ਵਿੱਚ ਜਾ ਕੇ ਤੁਹਾਨੂੰ ਲਿਆ ਦੇਣਾ, ਉਹ ਸਾਰਾ ਕੁਝ ਅੰਮ੍ਰਿਤ ਦਾ ਘੜਾ ਸੰਭਾਲਣਾ ਤੁਹਾਡੀ ਜ਼ਿੰਮੇਵਾਰੀ ਹੈ, ਇੱਕ ਵਾਰ ਮੈਂ ਲਿਆ ਦੇਵਾਂਗਾ। ਉਹ ਕਹਿੰਦੇ ਵੀ ਇਹ ਕਿਹੜੀ ਗੱਲ ਹੈ, ਤੂੰ ਇੱਕ ਵਾਰ ਲਿਆ ਕੇ ਦੇ, ਫਿਰ ਸਾਡੇ ਕੋਲ ਕਿੱਥੇ ਜਾਣਾ ਹੀ ਹੈ, ਅਸੀਂ ਜਾਣੀ ਉਹ ਘੜਾ ਜਾਣੇ, ਅੰਮ੍ਰਿਤ ਜਾਣੇ, ਤੇ ਸਾਡਾ ਕੰਮ ਹੈ ਉਹ। ਫਿਰ ਕਹਿੰਦੇ ਵੀ ਉਹ ਗਰੜ ਨੇ ਜਿਹੜਾ ਇੰਦਰ ਦੇਵਤੇ ਨਾਲ ਦੇਵਲੋਕ ਵਿੱਚ ਜਾ ਕੇ ਜੰਗ ਯੁੱਧ ਕੀਤਾ, ਫਿਰ ਇਹਨੇ ਉਹਨੂੰ ਜਿੱਤਿਆ, ਗਰੜ ਨੇ ਇੰਦਰ ਨੂੰ। ਜਦੋਂ ਜਿੱਤ ਗਿਆ ਤੇ ਉਹ ਘੜਾ ਚੁੱਕਣ ਲੱਗਾ ਗਰੜ, ਤੇ ਇੰਦਰ ਦੇਵਤਾ ਕਹਿਣ ਲੱਗਾ ਵੀ ਇਹ ਕੀ ਕਰ ਲੱਗਾ ਹੈ, ਕਿੱਥੇ ਲੈ ਕੇ ਚੱਲਿਆ? ਕਹਿਣ ਲੱਗਾ ਵੀ ਜੋ ਮੇਰੀ ਮਾਤਾ ਹੈ, ਜਿਸ ਨੂੰ ਗੋਲੀ ਬਣਾਇਆ ਹੈ, ਮੇਰੀ ਮਤਰੀ ਕਦਰੂ ਮਾਤਾ ਨੇ, ਮੈਂ ਆਪਣੀ ਮਾਤਾ ਨੂੰ ਗੋਲੀ ਪਣੇ ਤੋਂ ਛਡਾਉਣਾ, ਆਪਣੀ ਮਾਤਾ ਨੂੰ ਉਹਨਾਂ ਤੋਂ ਅਧੀਨਤਾ ਤੋਂ ਛਡਾਉਣਾ, ਇਸ ਕਰਕੇ ਅੰਮ੍ਰਿਤ ਲੈ ਕੇ ਚੱਲਿਆ। ਤਸ਼ਕ ਨਾਗ, ਬਾਸਕ ਨਾਗ ਆਦਿਕ ਸਾਰੇ ਉਹ ਅੰਮ੍ਰਿਤ ਮੰਗਦੇ ਮੇਰੇ ਪਾਸੋਂ। ਮੈਂ ਕਿਹਾ ਸੀ ਵੀ ਅੰਮ੍ਰਿਤ ਮੈਂ ਲਿਆ ਦੇਣਾ ਤੇ ਮੇਰੀ ਮਾਤਾ ਨੂੰ ਛੱਡਿਆ ਜਾਵੇ। ਤੇ ਇੰਦਰ ਦੇਵਤਾ ਕਹਿੰਦਾ ਵੀ ਉਹ ਜਿਹੜੇ ਨਾਗ ਹੈ ਉਹ ਤੇ ਅੱਗੇ ਬੜੇ ਕਰੂਰ ਹੈ, ਭੈੜੇ ਹੈ, ਫਸਾਦੀ ਹੈ, ਲੋਕਾਂ ਨੂੰ ਡੰਗ ਮਾਰਦੇ ਹੈ, ਡੱਸਦੇ ਹੈ, ਤੇ ਜੇ ਅੰਮ੍ਰਿਤ ਪੀ ਲਿਆ ਤੂੰ ਅੰਮ੍ਰਿਤ ਕਰ, ਉਹਨਾਂ ਨੂੰ ਅਮਰ ਕਰ ਦੇਵੇਂਗਾ, ਅਮਰ ਉਹ ਹੋ ਗਏ ਤੇ ਫਿਰ ਤੇ ਬਸ ਨਾ ਮਰਨਾ, ਨਾ ਜ਼ਹਿਰ ਹੀ ਖਤਮ ਹੋਣਾ। ਇਹ ਕਹਿੰਦਾ ਵੀ ਮੈਂ ਤਾਂ ਆਪਣੀ ਮਾਤਾ ਨੂੰ ਛਡਾਉਣਾ ਹੈ,
ਅੱਗੇ ਜਿਹੜਾ ਉਹ ਤੁਸੀਂ ਸੰਭਾਲੋ ਜਾਂ ਉਹ ਸੰਭਾਲਣ, ਤੇ ਮੈਂ ਆਪਣੀ ਮਾਤਾ ਨੂੰ ਛਡਾਉਣਾ ਸਿਰਫ। ਇਹ ਫਿਰ ਇੰਦਰ ਦੇਵਤਾ ਕਹਿੰਦਾ ਠੀਕ ਹੈ, ਉਹਨਾਂ ਨੂੰ ਮੈਂ ਨਹੀਂ ਕੁਝ ਜਾਣਦਾ। ਇਹ ਗਰੜ ਨੇ ਜਦੋਂ ਲਿਆ ਕੇ ਅੰਮ੍ਰਿਤ ਦਿੱਤਾ ਇਹਨਾਂ ਨੂੰ, ਤਸ਼ਕ ਨਾਗ, ਬਾਸਕ ਨਾਗ ਆਦਿ ਕਦਰੂ ਉਹਨਾਂ ਨੂੰ, ਤੇ ਇਹਨਾਂ ਨੇ ਅੰਮ੍ਰਿਤ ਵੇਖ ਕੇ ਖੁਸ਼ ਹੋ ਗਏ। ਘੜਾ ਕਹਿੰਦੇ ਵੀ ਪਹਿਲਾਂ ਇਸ਼ਨਾਨ ਕਰ ਲਈਏ ਫਿਰ ਪੀਵਾਂਗੇ, ਫਿਰ ਤੇ ਅਮਰ ਹੋ ਹੀ ਜਾਣਾ ਹੈ, ਫਿਰ ਕਿਹੜਾ ਮੌਤ ਆਉਣੀ ਹੈ। ਇਹ ਜਦੋਂ ਇਸ਼ਨਾਨ ਕਰਨ ਵੜੇ, ਹੁਣ ਇੰਦਰ ਨੂੰ ਚੈਨ ਨਹੀਂ ਸੀ ਇਸ ਗੱਲ ਦਾ ਵੀ ਮੇਰਾ ਅੰਮ੍ਰਿਤ ਚਲਿਆ ਗਿਆ ਹੈ। ਗਰੜੀ ਬੜੀ ਸੀ, ਜੇਤੂ ਸੀ, ਜੇਤੋਂ ਇੰਦਰ ਵੀ ਡਰਦਾ ਸੀ। ਫਿਰ ਉਹ ਜਦੋਂ ਇਹ ਇਸ਼ਨਾਨ ਕਰਨ ਸਾਰੇ ਵੜੇ ਹੈ ਕਦਰੂ ਸਮੇਤ ਹੈ, ਉਸਨੇ ਉਹ ਜਿਹੜਾ ਘੜਾ ਚੁੱਕ ਕੇ ਤੇ ਨੱਠ ਗਿਆ ਇੰਦਰ ਦੇਵਤਾ। ਉਸ ਦਿਨ ਤੋਂ ਹੀ ਕਹਿੰਦੇ ਵੀ ਜਿਹੜੇ ਤਸ਼ਕ ਨਾਗ, ਬਾਸਕ ਜਿੰਨੇ ਵੀ ਨਾਗ ਹੈ, ਇਹਨਾਂ ਦੀ ਗਰੜ ਨਾਲ ਦੁਸ਼ਮਣੀ ਪੈ ਗਈ। ਉਦੋਂ ਦੀ ਇਹਨਾਂ ਦੀ ਦੁਸ਼ਮਣੀ ਆਪੋ ਵਿੱਚ ਵੀ ਤੂੰ ਸਾਡੇ ਨਾਲ ਫਰੇਬ ਕੀਤਾ ਹੈ। ਤੇ ਹੁਣ ਉਹ ਜਿਹੜੇ ਨਾਗ ਹੈ, ਜਿੱਥੇ ਆ ਜੇ ਗਰੜ ਪੰਛੀ, ਉੱਥੇ ਨਾਗ ਨਹੀਂ ਟਿਕਦੇ, ਵੱਡੇ ਵੱਡੇ ਨਾਗ ਭੱਜ ਜਾਂਦੇ। ਤੇ ਇਹੀ ਗਰੜ ਜਿਹੜਾ ਹੈ ਵਿਸ਼ਨੂੰ ਭਗਵਾਨ ਦੀ ਜਿਹੜੀ ਸਵਾਰੀ ਹੈ, ਵਿਸ਼ਨੂੰ ਭਗਵਾਨ ਇਹ ਗਰੜ 'ਤੇ ਬੈਠਦੇ ਹੈ। ਇਸ ਤਰ੍ਹਾਂ ਉਹ ਜਿਹੜੀ ਹੈ ਸਾਖੀ ਮਹਾਭਾਰਤ ਵਿੱਚ ਆਉਂਦੀ ਹੈ। ਕਵੀ ਸਾਹਿਬ ਜੀ ਨੇ ਉਸ ਹਵਾਲੇ ਨੂੰ ਲੈ ਕੇ, ਭਾਵੇਂ ਹੈ ਇੱਕ ਹੀ ਬਾਪ ਦੇ ਚਾਰੇ, ਕਿ ਦੇਵਤੇ, ਦੈਂਤ, ਇਹ ਸੱਪ, ਗਰੜ, ਮਾਵਾਂ ਵੱਖਰੀਆਂ ਵੱਖਰੀਆਂ ਤੇ ਪਿਤਾ ਇੱਕ ਹੀ ਹੈ, ਤੇ ਚੌਵਾਂ ਦੀ ਆਪੋ ਵਿੱਚ ਹੀ ਦੁਸ਼ਮਣੀ ਹੈ। ਦੇਵਤਿਆਂ ਦੀ ਦੈਂਤਾਂ ਨਾਲ, ਗਰੜ ਉਹਨਾਂ ਦੀ ਸੱਪਾਂ ਨਾਲ, ਸੱਪਾਂ ਦੀ ਗਰੜ ਨਾਲ, ਦੇਵਤਿਆਂ ਦੀ ਦੈਂਤਾਂ ਨਾਲ, ਦੈਂਤਾਂ ਦੀ ਦੇਵਤਿਆਂ ਨਾਲ। ਤੇ ਕਵੀ ਸਾਹਿਬ ਨੇ ਉਸ ਦਾ ਹਵਾਲਾ ਦੇ ਕੇ, ਕਿਉਂਕਿ ਪੁਰਾਣ ਪੜ੍ਹੇ ਹੋਏ ਸੀ, ਰਮਾਇਣ ਆਦਿਕ ਹੋਰ ਹੀ ਗ੍ਰੰਥ ਵਿਦਾਨ ਦੇ, ਉਹ ਹਵਾਲਾ ਦਿੰਦੇ ਹੋਏ ਕਹਿ ਰਹੇ ਆ ਵੀ ਜੋ ਗੁਰੂ ਸਾਹਿਬ ਜੀ ਦੇ ਚਰਨ ਹੈ, ਉਹ ਜੋ ਗਰੜ ਪੰਛੀ ਹੈ, ਪੰਛੀਆਂ ਦਾ ਰਾਜਾ ਮਹਾਨ, ਉਹਦੇ ਸਮਾਨ ਹੈ। ਜਿਹੜਾ ਉਹ ਵੀ ਕੋਈ ਉਸ ਸਤਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਜਾਏਗਾ, ਜਿਹੜੇ ਸੰਸਾਰ ਦੇ ਮੋਹ ਮਮਤਾ ਦੇ ਬੰਧਨ ਸੱਪਾਂ ਵਾਂਗ ਹੈ, ਇਹਨਾਂ ਤੋਂ ਮੁਕਤ ਹੋ ਜਾਏਗਾ ਉਹ ਜੀਵ। ਉਹਨੂੰ ਇਹ ਮੋਹ ਮਮਤਾ ਦੇ ਬੰਧਨ ਨਹੀਂ ਪੈ ਸਕਦੇ। ਜਿਵੇਂ ਉਹ ਗਰੜ ਨੂੰ ਵੇਖ ਕੇ ਨੱਠ ਭੱਜ ਜਾਂਦੇ ਆ ਸਾਰੇ ਸੱਪ, ਇਸੇ ਤਰ੍ਹਾਂ ਮੋਹ ਮਮਤਾ ਰੂਪੀ ਜਿਹੜੇ ਬੰਧਨ ਹੈ, ਸੱਪਾਂ ਵਰਗੇ ਸਭ ਨੱਠ ਭੱਜ ਜਾਂਦੇ ਹਨ। ਸ੍ਰੀ ਬਾਲਾ ਸੰਦਰਵਾਚ ਚੌਪਈ ਸੁਨਹੁ ਗੁਰੂ ਅੰਗਦ ਗਤ ਦਾਨੀ। ਭਾਈ ਬਾਲਾ ਜੀ ਕਥਨ ਕਰ ਰਹੇ ਹੈ ਵੀ हे ਮੁਕਤੀ ਦੇਣ ਵਾਲੇ ਗੁਰੂ ਅੰਗਦ ਦੇਵ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਦੀ ਕਥਾ ਸੁਣੋ, ਅਥਵਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਿਹੜੀ ਮੁਕਤੀ ਦੇਣ ਵਾਲੀ ਕਥਾ ਹੈ ਉਸ ਨੂੰ ਸੁਣੋ ਜੀ। ਕਥਾ ਰਸਾਲ ਵਿਸਾਲ ਸੁਹਾਨੀ, ਜੋ ਕਥਾ ਬੜੀ ਰਸਾਲ ਕਹੀਏ, ਸੁੰਦਰ ਰਸ ਵਾਲੀ, ਬਹੁਤ ਸੋਭਨੀਕ ਹੈ। ਦੇਵਲੂਤ ਨਿਜ ਪ੍ਰਿਤ ਬੁਲਾਏ, ਦੇਵਲੂਤ ਜੋ ਇਸ ਟਾਪੂ ਉੱਪਰ ਦੇਵ ਗੰਧਾਰ ਉੱਪਰ ਰਾਜਾ ਸੀ ਰਾਖਸ਼ਾਂ ਦਾ, ਉਹ ਗੁਰੂ ਸਾਹਿਬ ਜੀ ਨੂੰ ਆਪਣੇ ਮਹਿਲਾਂ ਵਿੱਚ ਲੈ ਗਏ ਸਾਰੇ ਰਾਖਸ਼ ਹੱਥ ਜੋੜ ਕੇ। ਫਿਰ ਇਸ ਨੇ ਆਪਣੇ ਦਾਸ ਬੁਲਾਏ ਐ, ਤੂਰਨ ਰਾਖਸ ਸ਼ਬਦ ਪਠਾਏ। ਬੜੀ ਛੇਤੀ ਨਾਲ ਜਿਹੜੇ 7 ਰਾਖਸ਼ ਹੈ ਉਹ ਭੇਜੇ ਹਨ। ਤਿੰਨ ਤੇ ਫਲ ਮਧੁਰੇ ਮੰਗਵਾਏ, ਉਹਨਾਂ ਨੂੰ ਬਾਗਾਂ ਵਿੱਚ ਭੇਜ ਕੇ ਜਿਹੜੇ ਮਿੱਠੇ ਮਿੱਠੇ ਫਲ ਹੈ, ਰਸ ਭਰੇ ਉਹ ਮੰਗਵਾਏ ਐ। ਉੱਤਮ ਔਰ ਅੰਨ ਅਨਵਾਏ, ਹੋਰ ਜੋ ਉੱਤਮ ਅੰਨ ਹੈ, ਸੋਹਣਾ ਅੰਨ ਖਾਣ ਵਾਲਾ, ਉਹ ਵੀ ਮੰਗਵਾਇਆ ਹੈ। ਕਰੁਣਾ ਨਿਧ ਕੇ ਧਰੇ ਅਗਾਰੀ, ਜੋ ਕਿਰਪਾ ਦੇ ਸਮੁੰਦਰ ਹੈ ਗੁਰੂ ਨਾਨਕ ਸਾਹਿਬ ਜੀ, ਉਹਨਾਂ ਦੇ ਅੱਗੇ ਇਹ ਮਿੱਠੇ ਮਿੱਠੇ ਫਲ ਰੱਖ ਕੇ ਤੇ ਉੱਤਮ ਭੋਜਨ ਰੱਖ ਦਿੱਤਾ ਹੈ। ਹਾਥ ਜੋਰ ਕਰ ਗਿਰਾ ਉਚਾਰੀ, ਫਿਰ ਦੇਵਲੂਤ ਰਾਖਸ਼ ਰਾਜੇ ਨੇ ਦੋਵੇਂ ਹੱਥ ਜੋੜ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਬਚਨ ਕਿਹਾ, ਦੋਹਰਾ ਕਰਹੋ ਰਸੋਈ ਸੰਤ ਜੀ। ਐ ਸੰਤ ਜੀ, ਇਹ ਜੋ ਰਸੋਈ ਹੈ
ਉਹ ਆਪ ਤਿਆਰ ਕਰ ਲਓ, ਭੋਜਨ ਬਣਾ ਲਓ ਜੀ। ਭੋਜਨ ਅਚਹੁ ਬਨਾਏ। ਇਹ ਜੋ ਰਸਤਾਂ ਬਸਤਾਂ ਦਿੱਤੀਆਂ, ਸੋਹਣਾ ਭੋਜਨ ਬਣਾ ਸਵਾਰ ਕੇ ਰਸੋਈ ਤਿਆਰ ਕਰ ਲਓ, ਫਿਰ ਛਕੋ ਜੀ। ਸ਼ਰਧਾ ਪੂਰਨ ਕੀਜੀਏ। ਤੁਹਾਨੂੰ ਭੋਜਨ ਛਕਾਉਣ ਦੀ ਮੇਰੀ ਸ਼ਰਧਾ ਹੈ, ਸਤਿਗੁਰੂ ਜੀ ਮੇਰੀ ਸ਼ਰਧਾ ਪੂਰੀ ਕਰ ਦਈਏ। ਸੁਨ ਸ੍ਰੀ ਗੁਰੂ ਅਲਾਏ। ਸੁਣ ਕੇ ਸਤਿਗੁਰੂ ਜੀ ਨੇ ਬਚਨ ਕਿਹਾ, ਜੋ ਪਈ ਸ਼ੁਭ ਉਪਦੇਸ਼ ਜੇ ਲਿਓ ਹਮਾਰਾ। ਐ ਦੇਵਲੂਤ, ਜੇ ਤੂੰ ਆ ਚੰਗਾ ਜਿਹੜਾ ਮਹਾਨ ਉੱਤਮ ਉਪਦੇਸ਼ ਹੈ ਇਹ ਸਾਡਾ ਲਵੇਂਗਾ, ਰਸਨ ਕਰਾਂ ਤਬ ਅੰਗੀਕਾਰਾ। ਫਿਰ ਤੇ ਤੇਰਾ ਜਿਹੜਾ ਭੋਜਨ ਅਸੀਂ ਅੰਗੀਕਾਰ ਕਰ ਲਵਾਂਗੇ, ਗ੍ਰਹਿਣ ਕਰ ਲਵਾਂਗੇ, ਜੇ ਤੂੰ ਸਾਡੇ ਪਾਸੋਂ ਮਹਾਨ ਉਪਦੇਸ਼ ਜਿਹੜਾ ਲਵੇਂਗਾ। ਜੋ ਨਹਿ ਹਮਰੋ ਖਾਏ ਕਦਾਪੀ। ਵੀ ਜੇ ਤੂੰ ਉਪਦੇਸ਼ ਨਹੀਂ ਲਵੇਂਗਾ, ਐਵੇਂ ਤੇ ਅਸੀਂ ਕਦੀ ਨਹੀਂ ਤੇਰਾ ਭੋਜਨ ਛਕ ਸਕਦੇ, ਜਿੰਨਾ ਚਿਰ ਤੂੰ ਸਿੱਖ ਨਹੀਂ ਬਣ ਜਾਂਦਾ ਸਾਡਾ। ਹੋ ਸਭ ਜੀਵਨ ਕੇ ਸੰਤਾਪੀ। ਕਿਉਂਕਿ ਤੂੰ ਸਾਰੇ ਜੀਵਾਂ ਨੂੰ ਬੜਾ ਸੰਤਾਪੀ ਦੁੱਖ ਦੇਣ ਵਾਲਾ ਹੈ। ਦੇਵਲੂਤ ਕਹਿ ਜਿਹ ਬਿਦ ਕਹਿਓ। ਦੇਵਲੂਤ ਰਾਖਸ਼ ਕਹਿਣ ਲੱਗਾ, ਮਹਾਰਾਜ ਜਿਸ ਤਰ੍ਹਾਂ ਆਪ ਕਹੋਗੇ। ਸ੍ਰੀ ਪ੍ਰਭ ਜੀ ਤਿਸ ਬਿਦ ਮੈਂ ਰਹੋ। ਹੇ ਪ੍ਰਭੂ ਜੀ, ਗੁਰੂ ਨਾਨਕ ਸਾਹਿਬ ਜੀ, ਉਸੇ ਤਰ੍ਹਾਂ ਹੀ ਮੈਂ ਰਹਾਂਗਾ, ਉਸੇ ਤਰ੍ਹਾਂ ਹੀ ਕਰ ਕਰਾ ਲਵਾਂਗਾ। ਕਰਹੁ ਆਪ ਉਪਦੇਸ਼ ਸਹਜੋਈ। ਜੋ ਵੀ ਆਪ ਜੀ ਮੈਨੂੰ ਮਹਾਨੀ ਉਪਦੇਸ਼ ਦੇਣਾ ਕਰੋਗੇ। ਸੁਨ ਕਰ ਕਰੋ ਕ੍ਰਿਤ ਮੈਂ ਸੋਈ। ਸੁਣ ਕਰਕੇ ਤੁਹਾਡੇ ਪਾਸੋਂ ਉਪਦੇਸ਼ ਉਸੇ ਤਰ੍ਹਾਂ ਦਾ ਮੈਂ ਕਰਤੱਵ ਕਰਾਂਗਾ, ਉਹੋ ਜੀ ਕਿਰਤੀ ਕਰਾਂਗਾ। ਭਾ ਅਨੁਸਾਰ ਪਿਖਿਓ ਗੁਣ ਖਾਨੀ। ਗੁਣਾਂ ਦੀ ਖਾਣ ਸਤਿਗੁਰੂ ਜੀ ਨੇ ਜਦੋਂ ਦੇਖਿਆ ਵੀ ਇਹ ਦੇਵਲੂਤ ਰਾਖਸ਼ ਸਾਡੇ ਅਨੁਸਾਰੀ ਹੋ ਗਿਆ ਹੈ, ਆਗਿਆ ਵਿੱਚ ਹੋ ਆਇਆ ਹੈ। ਕੋ ਮਤ ਕਦਨਾ ਕੋ ਬੋਲੇ ਬਾਣੀ। ਜਿਹੜੀ ਖੋਟੀ ਮੱਤ ਹੈ ਉਹਨੂੰ ਕੱਟਣ ਵਾਸਤੇ ਬਾਣੀ ਬਚਨ ਬੋਲੇ ਐ। ਪ੍ਰੀਥਮ ਤਜਹੁ ਅਮੇਖ ਕੋ ਖਾਨਾ। ਆਮਿਖ ਮਹਾਰਾਜ ਕਹਿੰਦੇ ਐ ਵੀ ਪਹਿਲਾ ਸਾਡਾ ਉਪਦੇਸ਼ ਤੇ ਇਹ ਹੈ ਵੀ ਜਿਹੜਾ ਤੁਸੀਂ ਜੀਵਾਂ ਤਰ੍ਹਾਂ ਤਰ੍ਹਾਂ ਦੇ ਜੀਵਾਂ ਨੂੰ ਮਾਰ ਕੇ ਮਾਸ ਜਿਹਾ ਖਾਣਾ ਕਰਦੇ ਹੋ, ਇਹ ਮਾਸ ਛੱਡੋ ਪਹਿਲਾਂ ਖਾਣਾ। ਕਰਹੁ ਜਾਸ ਹਿਤ ਜੀਵਨ ਹਾਨਾ। ਵੀ ਜਿਸ ਵਾਸਤੇ ਤੁਸੀਂ ਜੀਵਾਂ ਦੀ ਹੱਤਿਆ ਕਰਦੇ ਹੋ, ਮਾਰਨਾ ਕਰਦੇ ਹੋ ਤੇ ਮਾਰ ਕੇ ਮਾਸ ਖਾਣਾ ਕਰਦੇ ਹੋ, ਪਹਿਲਾਂ ਇਹ ਮਾਸ ਖਾਣਾ ਛੱਡੋ। ਸਿਮਰਹੁ ਬਹਰ ਨਾਮ ਸੁਖ ਪਾਈ। ਜੋ ਸੁਖ ਦੇਣ ਵਾਲਾ ਪਰਮੇਸ਼ਰ ਦਾ ਵਾਹਿਗੁਰੂ ਨਾਮ ਹੈ, ਉਸ ਨੂੰ ਸਿਮਰਨਾ ਕਰੋ ਤੇ ਸੁਖ ਪਾਓ। ਵੈ ਲੋਕਨ ਜੋ ਹੋਤ ਸੁਹਾਈ। ਸੁਖ ਪਾਈ ਥਾਂ ਪਾਠ ਸੁਖਦਾਈ ਵੀ ਹੈ, ਵੀ ਸੁਖ ਦੇਣ ਵਾਲਾ ਜੋ ਪਰਮੇਸ਼ਰ ਦਾ ਨਾਮ ਹੈ ਉਸ ਨੂੰ ਸਿਮਰ। ਵੈ ਲੋਕਨ ਜੋ ਹੋਤ ਸਹਾਈ। ਜੋ ਦੋਹਾਂ ਲੋਕਾਂ ਵਿੱਚ ਹੀ ਪਰਮੇਸ਼ਰ ਦਾ ਨਾਮ ਸਹਾਈ ਹੁੰਦਾ ਹੈ, ਸਹਾਇਤਾ ਕਰਦਾ ਹੈ, ਇੱਥੇ ਉੱਥੇ ਰਖਵਾਲਾ ਹੈ ਨਾਮ। ਚਿਰੰਕਾਲ ਭਾ ਤੁਮ ਕੁਲ ਮਾਹੀ। ਆ ਵੇਖ ਨਾ ਦੇਵਲੂਤ ਰਾਖਸ਼, ਤੁਹਾਡੇ ਕੁਲ ਵਿੱਚ ਕਿੰਨਾ ਹੀ ਸਮਾਂ ਹੋ ਗਿਆ ਇਸ ਗੱਲ ਨੂੰ। ਭਇਓ ਪ੍ਰਹਲਾਦ ਜਪਿਓ ਮੁਖ ਤਾਹੀ। ਵੀ ਜਿਹੜਾ ਪ੍ਰਹਲਾਦ ਤੁਹਾਡੀ ਕੁਲ ਵਿੱਚ ਹੀ ਹੋਇਆ, ਕਿੰਨਾ ਸਮਾਂ ਹੋ ਗਿਆ ਹੈ। ਸਤਿਯੁਗ ਦੀ ਕਥਾ ਹੈ ਤੇ ਉਸ ਨੇ ਆਪਣੇ ਮੁਖ ਵਿੱਚ ਪਰਮੇਸ਼ਰ ਦਾ ਨਾਮ ਹੀ ਜਪਿਆ ਸੀ। ਵੈ ਲੋਕਨ ਮਹਤਾ ਕੀ ਰਾਖੀ। ਜਿਸ ਕਰਕੇ ਉਸ ਭਗਵਾਨ ਪਰਮੇਸ਼ਰ ਨੇ ਪ੍ਰਹਲਾਦ ਭਗਤ ਦੀ ਦੋਵਾਂ ਲੋਕਾਂ ਵਿੱਚ ਹੀ ਇੱਜ਼ਤ ਪੱਤ ਰੱਖੀ। ਚੱਲੀ ਜਾਤ ਅਜਹੋਂ ਲੋ ਸਾਖੀ। ਉਸ ਪ੍ਰਹਲਾਦ ਭਗਤ ਜੀ ਦੀ ਅੱਜ ਤੱਕ ਜਿਹੜੀ ਹੈ ਚੱਲੀ ਆ ਰਹੀ ਹੈ ਸਾਖੀ, ਹੁਣ ਤੱਕ ਸਾਖੀਆਂ ਚੱਲ ਰਹੀਆਂ। ਅੱਜ ਤੱਕ ਪ੍ਰਹਲਾਦ ਭਗਤ ਦੀ ਜਿਹੜੀ ਗਵਾਹੀ ਚੱਲੀ ਆ ਰਹੀ ਹੈ। ਹਰਨਾਖਸ ਪਿਤ ਬਹੁ ਦੁਖ ਦੀਨੋ। ਉਹਨਾਂ ਦੇ ਜੋ ਪਿਤਾ ਹਰਨਾਖਸ ਸੀ,
ਉਹਨਾਂ ਨੇ ਕਿੰਨਾ ਦੁੱਖ ਦਿੱਤਾ ਸੀ ਪ੍ਰਹਲਾਦ ਭਗਤ ਪੁੱਤਰ ਨੂੰ। ਤਦਪ ਨਾਮ ਕੋ ਤਜਨ ਨਾ ਕੀਨੋ। ਫੇਰ ਵੀ ਜਿਹੜਾ ਪਰਮੇਸ਼ਰ ਦਾ ਰਾਮ ਰਾਮ ਨਾਮ ਹੈ ਉਹਨਾਂ ਛੱਡਣਾ ਨਹੀਂ ਸੀ ਕੀਤਾ, ਬਹੁਤ ਦੁੱਖ ਦਿੱਤਾ ਸੀ। ਇਹੀ ਕਹਿੰਦੇ ਰਹੇ ਫਿਰ ਵੀ ਭਗਤ ਪ੍ਰਹਲਾਦ ਜੀ, ਮੋਕੋ ਕਹਾਂ ਸਤਾਵੋ ਬਾਰ ਬਾਰ, ਪ੍ਰਭ ਜਲ ਥਲ ਗਿਰ ਕੀਏ ਬਹਾਰ, ਇੱਕ ਰਾਮ ਨਾ ਛੋਡੋ ਗੁਰਹਿਗਾਰ, ਮੋਕੋ ਘਾਲ ਜਾਰ ਭਾਵੇਂ ਮਾਰ ਡਾਰ। हे ਮੇਰੇ ਪਿਤਾ ਜੀ, ਨਹੀਂ ਛੋਡੋ ਰੇ ਬਾਬਾ ਰਾਮ ਨਾਮ, ਮੇਰਾ ਔਰ ਪੜਨ ਸਿਓ ਨਹੀਂ ਕਾਮ। हे ਪਿਤਾ, ਮੈਂ ਰਾਮ ਦਾ ਨਾਮ ਨਹੀਂ ਛੱਡ ਸਕਦਾ, ਨਾ ਮੇਰਾ ਹੋਰ ਕੋਈ ਦੂਸਰਾ ਕੰਮ ਹੀ ਹੈ। ਪ੍ਰਭ ਕੀ ਭਗਤ ਕਰਹੁ ਮਨ ਲਾਈ। ਇਸ ਕਰਕੇ ਜਿਵੇਂ ਪ੍ਰਹਲਾਦ ਭਗਤ ਹੋਣਾ ਨੇ ਭਗਤੀ ਕੀਤੀ ਹੈ ਪਰਮੇਸ਼ਰ ਦੀ, ਉਸੇ ਤਰ੍ਹਾਂ ਮਨ ਲਾ ਕੇ ਤੁਸੀਂ ਵੀ ਭਗਤੀ ਕਰੋ। ਦੇਖੋ ਬਭੀਖਨ ਹੈ ਅਬ ਤਾਈ। ਤੇ ਹੋਰ ਵੀ ਵੇਖੋ ਨਾ, ਜੋ ਤੁਹਾਡੇ ਰਾਖਸ਼ਾਂ ਦੀ ਕੁਲ ਵਿੱਚ ਹੀ ਭੀਖਣ ਹੋਇਆ ਭਗਤ, ਤੇ ਉਹ ਵੀ ਹੁਣ ਤਾਈ। ਇਹ ਕੋ ਭਰਾਤ ਹੋਤੋ ਜਗ ਰਾਵਣ। ਉਹ ਭੀਖਣ ਹੋਇਆ ਹੁਣ ਤਾਈ, ਉਹਦਾ ਨਾਮ ਹੈ ਭੀਖਣ ਦਾ, ਤੇ ਉਸ ਭੀਖਣ ਦਾ ਹੀ ਭਰਾ ਜਿਹੜਾ ਹੈ ਰਾਵਣ ਹੋਇਆ ਸੀ ਰਾਖਸ਼। ਹਨਿਓ ਸੋ ਰਾਮਚੰਦ ਜਸ ਪਾਵਨ। ਜਸ ਤੇ ਰਾਮਚੰਦਰ ਭਗਵਾਨ ਨੇ ਤ੍ਰੇਤੇ ਵਿੱਚ ਉਸ ਭੀਖਣ ਦੇ ਜਿਹੜੇ ਦਸਣੇ ਕਰਕੇ ਤੇ ਮਾਰਿਆ ਸੀ ਜਿਹੜੇ ਰਾਵਣ ਨੂੰ ਮਾਰ ਕੇ ਜਸ ਪਾਇਆ ਬੜਾ ਮਹਾਨ ਪਵਿੱਤਰ। ਆਪਣਾ ਭਗਤ ਭੀਖਣ ਜਾਨਾ। ਤੇ ਆਪਣੇ ਭਗਤ ਜਿਹੜਾ ਭੀਖਣ ਨੂੰ ਜਾਣਿਆ, ਗੁਰਮੁਖ ਭੀਖਣ, ਜੇ ਭੀਖਣ ਨੂੰ ਗੁਰਮੁਖ ਕਿਹਾ, ਆਪਣੇ ਵੱਲ ਦਾ ਜਾਣਿਆ, ਭਗਤੀ ਕਰਨ ਵਾਲਾ ਜਾਣਿਆ ਸੀ। ਭੀਖਣ ਨੂੰ ਕਿਹਾ ਸੀ, ਆਓ ਲੰਕੇਸ਼ ਰਾਜਾ। ਲੰਕ ਰਾਜ ਦੇ ਅਮਰ ਕਰਾਨਾ। ਲੰਕਾ ਦਾ ਰਾਜ ਦੇ ਕੇ ਤੇ ਅਮਰ ਕਰ ਦਿੱਤਾ ਸੀ, ਰਾਜਾ ਥਾਪ ਦਿੱਤਾ ਸੀ। ਨਾਮੇ ਕੇ ਸੁਆਮੀ ਸੀ ਬਹੋਰੀ, ਲੰਕ ਭੀਖਣ ਆਪਿਓ ਹੋ। ਭਗਤ ਨਾਮਦੇਵ ਜੀ ਕਹਿ ਰਹੇ ਵੀ ਜੋ ਰਮਿਆ ਹੋਇਆ ਪਰਮੇਸ਼ਰ ਹੈ, ਰਾਮਚੰਦਰ ਭਗਵਾਨ ਦੇ ਵਿੱਚ ਸਮਾਇਆ ਹੋਇਆ ਸੀ, ਜਿਨ੍ਹਾਂ ਨੇ ਰਾਮਚੰਦਰ ਰੂਪ ਹੋ ਕੇ ਤੇ ਭੀਖਣ ਨੂੰ ਰਾਜ ਬਖਸ਼ਿਆ, ਉਹ ਮੇਰੇ ਸੁਆਮੀ ਹੈ ਮਾਲਕ। ਇਸ ਤਰ੍ਹਾਂ ਲੰਕਾ ਦਾ ਰਾਜ ਬਖਸ਼ਿਆ ਸੀ ਤੇ ਅਮਰ ਕਰ ਦਿੱਤਾ ਸੀ। ਤਿਨਾ ਕੀ ਦੇਸ਼ ਦੇਖੋ ਬਿਦਨੀ ਕੀ। ਇਹ ਦੇਵਲੂਤ, ਉਹਨਾਂ ਦੀ ਤਰਫ ਤੂੰ ਦੇਖਣਾ, ਪ੍ਰਹਲਾਦ ਭਗਤ ਹੋਇਆ ਹੈ ਕਿੰਨਾ ਮਹਾਨ, ਭੀਖਣ ਹੋਇਆ ਗੁਰਮੁਖ, ਉਹਨਾਂ ਦੀ ਤਰਫ ਵੇਖ ਚੰਗੀ ਤਰ੍ਹਾਂ। ਤੁਮ ਭੀ ਕਰਹੁ ਭਾਵਨਾ ਜੀ ਕੀ। ਤੁਸੀਂ ਵੀ ਸਾਰੇ ਰਲ ਮਿਲ ਕੇ ਜਿਹੜੀ ਜੀ ਦੀ ਦਿਲ ਦੀ ਭਾਵਨਾ ਸ਼ਰਧਾ ਹੈ ਉਹਨਾਂ ਵਰਗੀ ਕਰੋ। ਕਿਹ ਅੱਗ ਤੇ ਰਾਖਸ ਤਨ ਪਾਏ। ਕਿਉਂਕਿ ਪਹਿਲਾਂ ਹੀ ਤੁਸੀਂ ਕਿਸੇ ਵੱਡੇ ਪਾਪ ਕਰਕੇ ਜਿਹੜਾ ਇਹ ਸਰੀਰ ਹੈ ਰਾਖਸ਼ਾਂ ਵਾਲੇ ਪਾਏ ਹੋਏ ਹੈ। ਅਬ ਕੋ ਕਰਮ ਜੇ ਲਿਹੋ ਕਮਾਏ। ਤੇ ਹੁਣ ਵੀ ਜੇ ਰਾਖਸ਼ਾਂ ਵਾਲਾ ਸਰੀਰ ਪਾ ਕੇ ਖੋਟੇ ਕਰਮੀ ਹੋਰ ਕਮਾ ਲੇ, ਹੋਰ ਮਾਰ ਮਾਰ ਕੇ ਜੀਵ ਮਾਸ ਹੀ ਖਾ ਲੇ ਤਲ ਕੇ, ਭਾਵ ਹੋ ਨਰਕ ਜਾਏ ਦੁਖ ਭਾਰੀ। ਫਿਰ ਨਰਕ ਨੂੰ ਪਾਓਗੇ ਤੇ ਨਰਕ ਵਿੱਚ ਜਾ ਕੇ ਭਾਰੀ ਜਿਹੜਾ ਦੁੱਖ ਉਹ ਸਹੋਗੇ। ਇਹ ਤੇ ਕੋਈ ਨਾ ਸਕੈ ਉਬਾਰੀ। ਤੇ ਉਸ ਨਰਕ ਵਿੱਚ ਪਿਆ ਹੋਇਆਂ ਨੂੰ ਕੋਈ ਨਹੀਂ ਬਚਾ ਸਕੇਗਾ, ਉੱਥੇ ਤੇ ਕੋ ਨਾ ਸੁਣੇ ਪੁਕਾਰਾ। ਤਾਮਸੀ ਬ੍ਰਿਤ ਦੁਖਾਰੀ। ਇਸ ਕਰਕੇ ਜਿਹੜੀ ਜੀਵਾਂ ਨੂੰ ਦੁੱਖ ਦੇਣ ਵਾਲੀ ਤਮੋ ਗੁਣ ਬਿਰਤੀ ਹੈ ਨਾ, ਕਿ ਗੁੱਸੇ ਵਾਲੇ ਹੋ ਕੇ ਤੇ ਮਾਰ ਮਾਰ ਜੀਵ ਖਾਈ ਜਾਣੇ, ਬਿਰਤੀ ਛੱਡੋ। ਕਰਹੁ ਭਗਤ ਕਰਤਾਰ ਸਖਾਰੀ। ਜਿਹੜੀ ਕਰਤਾਰ ਪਰਮੇਸ਼ਰ ਦੀ ਭਗਤੀ ਹੈ ਸੁਖ ਦੇਣ ਵਾਲੀ, ਉਸ ਭਗਤੀ ਨੂੰ ਕਰੋ। ਸੁਨਤ ਸ਼ਰਾਨ ਹੋਮੈ ਤਜ ਬੋਲਾ। ਆ ਸੁਣ ਕੇ ਕੰਨਾਂ ਵਿੱਚ ਦੇਵਲੂਤ ਰਾਖਸ਼ ਹੰਕਾਰ ਮਾਨ ਛੱਡ ਕੇ ਬੋਲਿਆ ਕਿ ਮਹਾਰਾਜ ਅਬ ਹਾਂ ਤੁਮ ਅਨੁਸਾਰ ਅਡੋਲਾ। ਮਹਾਰਾਜ ਹੁਣ ਤੇ ਮੈਂ ਤੁਹਾਡੇ ਅਨੁਸਾਰੀਆਂ, ਤੁਹਾਡੀ ਆਗਿਆ ਵਿੱਚ ਹਾਂ। ਜੋ ਤੁਸਾਂ ਨੇ ਬਚਨ ਕਰ ਦਿੱਤਾ ਕਦੀ ਨਹੀਂ ਡੋਲਾਂਗੇ ਇਸ ਬਚਨ ਤੋਂ। ਦਰਸ਼ਨ ਕਰਤ ਪਾਪ ਮਤ ਭਾਗੀ। ਤੁਹਾਡਾ ਤੇ ਦਰਸ਼ਨ ਕਰਦਿਆਂ ਹੀ ਮੇਰੀ ਜਿਹੜੀ
ਪਾਪਾਂ ਵਾਲੀ ਅਕਲ ਮਤ ਭੱਜ ਗਈ ਐ। ਸੁਨ ਕੈ ਬਚਨ ਨਾਮ ਲਿਵ ਲਾਗੀ। ਤੁਹਾਡੇ ਸੁਣ ਕੇ ਉਪਦੇਸ਼ ਰੂਪੀ ਬਚਨ ਮਹਾਰਾਜ ਮੇਰੀ ਤੇ ਨਾਮ ਦੇ ਵਿੱਚ ਹੀ ਲਿਵ ਲੱਗ ਗਈ ਹੈ ਹੁਣ। ਤੁਮਰੇ ਚਰਨਨ ਮਨ ਅਨੁਰਾਗੀ। ਅਨੁਰਾਗਾ ਤੁਹਾਡੇ ਜਿਹੜੇ ਚਰਨ, ਉਹਨਾਂ ਚਰਨਾਂ ਦੇ ਵਿੱਚ ਮੇਰਾ ਮਨ ਪ੍ਰੇਮੀ ਪਿਆਰਾ ਹੋ ਗਿਆ ਹੈ। ਭਇਓ ਆਜ ਤੇ ਮੈਂ ਵਡਭਾਗਾ। ਮੈਂ ਤੇ ਜਾਣ ਗਿਆ ਵੀ ਅੱਜ ਤੁਹਾਡਾ ਦਰਸ਼ਨ ਕਰਕੇ ਵੱਡਿਆਂ ਭਾਗਾਂ ਵਾਲਾ ਹੋ ਗਿਆ ਹਾਂ। ਸੁਣੀਏ ਸ੍ਰੀ ਅੰਗਦ ਮੁਝ ਤਾਈ। ਭਾਈ ਬਾਲਾ ਜੀ ਕਹਿ ਰਹੇ ਆ ਵੀ ਗੁਰੂ ਅੰਗਦ ਦੇਵ ਸਾਹਿਬ ਜੀ ਉਸ ਵੇਲੇ ਮੇਰੇ ਤਾਈਂ ਮਹਾਰਾਜ ਕਹਿੰਦੇ ਵੀ ਭਾਈ ਬਾਲਾ ਸਾਡਾ ਬਚਨ ਸੁਣੀਏ। ਅਸਨ ਕਰਨਾ ਗੁਰ ਗਿਰਾ ਅਲਾਈ। ਕਿਹਾ ਵੀ ਭੋਜਨ ਤਿਆਰ ਕਰ। ਇਹ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਿਹਾ। ਤਿਹ ਛਿਨ ਕੀਨ ਆਹਾਰ ਤਿਆਰਾ। ਉਸੇ ਵੇਲੇ ਸਤਿਗੁਰ ਜੀ ਦੀ ਆਗਿਆ ਸੁਣ ਕੇ ਮੈਂ ਭੋਜਨ ਤਿਆਰ ਕੀਤਾ। ਬਚਵਨ ਲੱਗੇ ਰੂਪ ਕਰਤਾਰਾ। ਪਰਮੇਸ਼ਰ ਦੇ ਸਰੂਪ ਗੁਰੂ ਨਾਨਕ ਸਾਹਿਬ ਜੀ ਉਹ ਭੋਜਨ ਤਿਆਰ ਵੇਖ ਕੇ ਛਕਣ ਲੱਗੇ ਐ। ਰਾਖਸ ਰਾਜ ਸਚਿਵ ਨਿਜ ਲੀਨੇ। ਇਸ ਰਾਖਸ਼ਾਂ ਦੇ ਰਾਜੇ ਦੇਵਲੂਤ ਨੇ ਆਪਣਾ ਜਿਹੜਾ ਮੰਤਰੀ ਆ ਵੀ ਨਾਲ ਹੀ ਲਿਆ ਹੋਇਆ ਸੀ। ਵੈਸਿਓ ਪਾਸ ਤਹਾਂ ਰੋਸ ਪੀਨੇ। ਰੋਸ ਦੀ ਰਸ ਪਾਠ ਤੇ ਜੋ ਪ੍ਰੇਮ ਰਸ ਵਿੱਚ ਭਿੱਜਿਆ ਹੋਇਆ ਸੀ ਤੇ ਸਤਿਗੁਰੂ ਜੀ ਦੇ ਕੋਲ ਹੀ ਬੈਠਾ ਹੋਇਆ ਸੀ ਇਹ ਵਜ਼ੀਰ ਤੇ ਰਾਜਾ ਦੇਵਲੂਤ। ਅਰਧ ਖਾਏ ਦੀਨਾ ਤਿਨ ਤਾਈ। ਜਦੋਂ ਸਤਿਗੁਰੂ ਜੀ ਨੇ ਅੱਧਾ ਭੋਜਨ ਛਕ ਲਿਆ ਤੇ ਇਹਨਾਂ ਦੇਵਲੂਤ ਨੂੰ ਤੇ ਵਜ਼ੀਰ ਨੂੰ ਸੀਤ ਪ੍ਰਸ਼ਾਦ ਵਜੋਂ ਦਿੱਤਾ ਹੈ। ਆਏ ਸਮਾਨ ਲੀਨ ਮੁਖ ਪਾਈ। ਗੁਰੂ ਸਾਹਿਬ ਨੇ ਕਿਹਾ ਵੀ ਛਕ ਲਓ ਇਹ ਭੋਜਨ, ਆਗਿਆ ਮੰਨ ਕੇ ਇਹਨਾਂ ਦੋਵਾਂ ਨੇ ਮੁਖ ਵਿੱਚ ਪਾ ਲਿਆ ਹੈ ਭੋਜਨ। ਖਾਵਤ ਹੀ ਖੁੱਲ ਗਏ ਕਪਾਟਾ। ਆ ਖਾਂਦਿਆਂ ਹੀ ਭੋਜਨ ਜਿਹੜੇ ਪੰਜ ਕੋਸ਼ਾਂ ਦੇ ਤਖਤੇ ਹੈ, ਦਰਵਾਜ਼ੇ ਹੈ, ਆਸੇ ਅੰਦੇਸੇ ਦੇ ਤਖਤੇ ਹੈ, ਕਪਾਟ ਖੁੱਲ ਗਏ ਉਸੇ ਵੇਲੇ ਹੀ। ਚਿਰੰਕਾਲ ਭ੍ਰਮ ਪਰਦਾ ਪਾਟਾ। ਜੋ ਬੜੇ ਲੰਮੇ ਸਮੇਂ ਦਾ ਭਰਮ ਦਾ ਪਰਦਾ ਪਿਆ ਹੋਇਆ ਸੀ ਉਹ ਪਾਟ ਗਿਆ, ਫਟ ਗਿਆ ਹੈ। ਮੁਕਤ ਯੋਗ ਹੋਇਆ ਗੇ ਤਿਹ ਕਾਲਾ। ਉਸੇ ਸਮੇਂ ਇਹ ਦੋਵੇਂ ਜਾਣੇ ਜਿਨ੍ਹਾਂ ਸੀਤ ਪ੍ਰਸ਼ਾਦ ਵਜੋਂ ਭੋਜਨ ਛਕਿਆ ਗੁਰੂ ਸਾਹਿਬ ਜੀ ਦਾ, ਇਹ ਤੇ ਉਸੇ ਵੇਲੇ ਮੁਕਤੀ ਦੇ ਯੋਗ ਹੋ ਗਏ, ਕਲਿਆਣ ਯੋਗ ਹੋ ਗਏ ਹਨ। ਇੱਕ ਮੰਤਰੀ ਪੁੰਨ ਦੁਤੀ ਪਵਾਲਾ। ਇੱਕ ਤੇ ਮੰਤਰੀ ਵਜ਼ੀਰ ਹੈ, ਦੂਸਰਾ ਰਾਜਾ ਦੇਵਲੂਤ ਰਾਖਸ਼। ਕੇਤਕ ਦਿਨ ਤਹ ਰਹੇ ਗੁਸਾਈ। ਧਰਤੀ ਦੇ ਮਾਲਕ ਸਤਿਗੁਰੂ ਜੀ ਕੁਝ ਕੁ ਦਿਨ ਰਹੇ ਐ ਇਸ ਦੇਵਲੂਤ ਕੋਲ ਦੇਵ ਗੰਧਾਰ ਦੇ ਇਲਾਕੇ ਵਿੱਚ। ਗੁਰ ਸਿੱਖੀ ਕੀ ਰੀਤ ਚਲਾਈ। ਜਿਹੜੀ ਗੁਰੂ ਦੀ ਸਿੱਖੀ ਦੀ ਰੀਤੀ ਮਰਿਆਦਾ ਹੈ ਉਹ ਚਲਾਈ ਹੈ ਸਤਿਗੁਰਾਂ ਜੀ ਨੇ। ਸਭ ਰਾਖਸ ਕੋ ਨਾਮ ਜਪਾਇਓ। ਸਾਰੇ ਰਾਖਸ਼ਾਂ ਨੂੰ ਕਿਹਾ ਵੀ ਅੰਮ੍ਰਿਤ ਵੇਲੇ ਉੱਠਣਾ ਹੈ, ਨਾਮ ਜਪਣਾ ਹੈ। ਉਹ ਨਾਮ ਜਪਣ ਲਾ ਦਿੱਤਾ, ਸਭ ਕੋਈ ਨਾਮ ਜਪਾਇਆ ਹੈ। ਆਮਿਖ ਖਾਨ ਤਿਰਹਿ ਤਜਵਾਇਓ। ਜਿਹੜਾ ਕੋਈ ਮਾਸ ਖਾਣਾ ਹੈ ਉਹ ਇਹਨਾਂ ਤੋਂ ਛਡਵਾਇਆ ਵੀ ਮਾਸ ਨਹੀਂ ਖਾਣਾ। ਜੀ ਘਾਤ ਕੀ ਬਾਨ ਵਿਸਾਰੀ। ਜਿਹੜੀ ਜੀਵਾਂ ਦੀ ਘਾਤ ਕਰਨਾ, ਹੱਤਿਆ ਕਰਨੀ ਹੈ, ਉਹ ਜਿਹੜੀ ਆਦਤ ਇਹਨਾਂ ਦੀ ਵਿਸਾਰੀ ਹੈ, ਦੂਰ ਕੀਤੀ ਵੀ ਅੱਜ ਤੋਂ ਜੀਵ ਹੱਤਿਆ ਨਹੀਂ ਕਰਨੀ। ਇੱਥੇ ਵੇਖ ਲਓ ਸਿੱਧਾ ਸਪਸ਼ਟ ਹੀ ਆ ਰਿਹਾ ਵੀ ਮਹਾਰਾਜ ਕਹਿੰਦੇ ਮਾਸ ਨਹੀਂ ਖਾਣਾ ਹੈ, ਇਹ ਆਦਤ ਛਡਾਈ ਹੈ। ਤੇ ਕਈ ਕਹਿੰਦੇ ਜੀ ਅਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਨਹੀਂ, ਅਸੀਂ ਤੇ 10ਵੇਂ ਪਾਤਸ਼ਾਹ ਦੇ ਸਿੱਖ ਹਾਂ। ਗੁਰੂ ਗੋਬਿੰਦ ਸਿੰਘ ਜੀ ਛਕ ਲੈਂਦੇ ਸਨ ਤਾਂ ਹੀ ਅਸੀਂ ਛਕਦੇ ਹਾਂ। ਛਤਰੀ ਕੋ ਪੂਤ ਹੋ ਬਾਹਮਣ ਕੋ ਨਹਿ ਨਾਲ ਪ੍ਰਮਾਣ। ਪਰ ਜਦੋਂ ਆਪਾਂ 10ਵੇਂ ਪਾਤਸ਼ਾਹ ਜੀ ਦੀ ਬਾਣੀ ਪੜ੍ਹਦੇ ਹਾਂ, ਸਰਬ ਲੋਕ ਗ੍ਰੰਥ ਸ੍ਰੀ ਦਸਮ ਗ੍ਰੰਥ ਸਾਹਿਬ ਜੀ, ਕਿਤੇ ਨਹੀਂ ਲਿਖਿਆ ਵੀ ਮਾਸ ਖਾਣਾ ਹੈ। ਤੇ ਪਰ ਉਹ ਜਿਹੜੇ ਖਾਣ ਵਾਲੇ ਉਹ ਆਪਣੇ ਕੋਲੋਂ ਹੀ ਕਹਿ ਦਿੰਦੇ ਵੀ ਮਹਾਰਾਜ ਛਕਦੇ ਸੀ, ਅਸੀਂ ਵੀ ਛਕ ਲੈਂਦੇ ਹਾਂ, ਅਸੀਂ ਜੁਝਾਰੂ ਸਿੰਘ ਹੁੰਦੇ ਹਾਂ। ਇਹ ਕੋਈ ਉਹਨਾਂ ਦੀ ਆਪਣੀ ਦਲੀਲ ਹੈ। ਗੁਰੂ ਸਾਹਿਬ ਜੀ ਨੇ ਕੋਈ ਛਕਿਆ, ਕਿਉਂਕਿ
ਸਤਿਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਵਿਰਾਜਮਾਨ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ। ਜਦੋਂ ਗੁਰੂ ਨਾਨਕ ਸਾਹਿਬ ਜੀ ਨਹੀਂ ਛਕ ਰਹੇ ਤੇ ਫਿਰ ਦਸਵੇਂ ਪਾਤਸ਼ਾਹ ਕਿਵੇਂ ਛਕ ਰਹੇ ਹੈ? ਉੱਥੇ ਦੀ ਬਾਣੀ 'ਚ ਤਾਂ ਉਹਨਾਂ ਲਿਖਿਆ ਵੀ ਅਲਪ ਆਹਾਰ ਸੁਲਭ ਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ, ਵੀ ਥੋੜ੍ਹਾ ਖਾਣਾ ਥੋੜ੍ਹਾ ਸੌਣਾ ਹੈ, ਸਾਦਾ ਭੋਜਨ ਛਕਣਾ ਹੈ ਤੇ ਦਇਆ ਰੱਖਣੀ ਹੈ। ਜਿੱਥੇ ਦਇਆ ਆ ਜਾਵੇ ਫਿਰ ਉੱਥੇ ਜੀਵ ਹੱਤਿਆ ਕਿੱਥੋਂ ਆ ਗਈ? ਉਹ ਹੋ ਹੀ ਨਹੀਂ ਸਕਦਾ। ਵੀ ਜੇ ਗੁਰੂ ਛਕ ਲੈਂਦੇ ਫਿਰ ਲੰਗਰਾਂ 'ਚ ਵੀ ਚਾਹੀਦਾ ਹੈ ਮਾਸ ਬਣਨਾ ਖੁੱਲ੍ਹ ਕੇ, ਸੰਗਤ ਵੀ ਛਕ ਲਿਆ ਕਰੇ, ਪਰ ਉੱਥੇ ਤਾਂ ਬਣਦਾ ਨਹੀਂ ਹੈ, ਨਾ ਯੋਗ ਹੀ ਹੈ। ਅਤੇ ਜਿਹੜੇ ਕੋਈ ਖਾਣ ਵਾਲੇ ਉਹ ਅੱਗੇ ਪਿੱਛੇ ਹੋ ਕੇ ਖਾ ਖੂ ਲੈਂਦੇ ਬਣਾ ਕੇ, ਕਹਿੰਦੇ ਵੀ ਖਾੜਕੂ ਸਿੰਘ ਅਸੀਂ। ਉਹ ਉਹਨਾਂ ਦੀ ਆਪਣੀ ਦਲੀਲ ਹੈ। ਗੁਰੂ ਮਹਾਰਾਜ ਦੇ ਠੱਪਣਾ ਜਿਹੜਾ ਆ ਥੋਪ ਦੇਣਾ ਵੀ ਮਹਾਰਾਜ ਛਕਦੇ ਤੇ ਬਿਲਕੁਲ ਮਾੜੀ ਗੱਲ ਹੈ। ਗੁਰੂ ਸਾਹਿਬ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਪੜ੍ਹ ਲਈਏ, ਦਸਮ ਗ੍ਰੰਥ ਪੜ੍ਹ ਲਈਏ, ਕਿਤੇ ਨਹੀਂ ਹੁੰਦਾ ਵੀ ਮਾਸ ਖਾਓ। ਅਤੇ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਗੱਦੀ ਉੱਪਰ ਹੈ ਸਤਿਗੁਰੂ ਜੀ, ਫਿਰ ਐਵੇਂ ਕਿਵੇਂ ਹੋ ਸਕਦਾ? ਉਹ ਫਿਰ ਕਈ ਕਹਿ ਦਿੰਦੇ ਵੀ ਪੰਜ ਗੁਰੂ ਸਾਹਿਬਾਨ 'ਤੇ ਸ਼ਾਂਤ ਰਹੇ, ਛੇਵੇਂ ਪਾਤਸ਼ਾਹ ਜੀ ਨੇ ਦਸਵੇਂ ਪਾਤਸ਼ਾਹ ਨੇ ਜੰਗ ਕਾਹਨੂੰ ਕੀਤੀ ਹੈ, ਫਿਰ ਉਹ ਵੀ ਸ਼ਾਂਤ ਰਹਿੰਦੇ। ਵੀ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਤਾਂ ਸ਼ਸਤਰਧਾਰੀ ਸਨ। ਸਤਿਗੁਰੂ ਜੀ ਜਿਹੜੇ ਗਿਆਨ ਦੀ ਖੜਗ ਚਲਾਉਂਦੇ ਸੀ, ਅਗਿਆਨੀਆਂ ਦੇ ਜਿਹੜੇ ਅਗਿਆਨ ਹੈ ਗਿਆਨ ਰੂਪ ਅੰਗ ਕੱਟਦੀ ਸੀ। ਗਿਆਨ ਰੂਪੀ ਖੜਗ ਗੁਰੂ ਨਾਨਕ ਸਾਹਿਬ ਮਹਾਰਾਜ ਪੰਜੇ ਗੁਰੂ ਸਾਹਿਬਾਨ ਗਿਆਨ ਦੀ ਖੜਗ ਚਲਾਉਂਦੇ ਰਹੇ ਅਤੇ ਅਗਿਆਨੀਆਂ ਦੇ ਅਗਿਆਨ ਰੂਪੀ ਅੰਗ ਕੱਟਦੇ ਰਹੇ। ਛੇਵੇਂ ਪਾਤਸ਼ਾਹ ਦਸਵੇਂ ਪਾਤਸ਼ਾਹ ਮਹਾਰਾਜ ਗਿਆਨ ਦੀ ਖੜਗ ਨਾਲ ਵੀ ਕੱਟਦੇ ਰਹੇ ਅਗਿਆਨੀਆਂ ਦੇ ਅੰਗ, ਬਚਨ ਨਾਲ ਹੀ ਸਿੱਧੇ ਰਾਹ ਪਾਏ। ਪਰ ਤੱਖ ਅੰਗ ਵੀ ਕੱਟੇ ਆ, ਉਹ ਜ਼ੁਲਮ ਦੇ ਖਿਲਾਫ ਲੜੇ ਹੈ ਮਹਾਰਾਜ। ਕੋਈ ਸ਼ਿਕਾਰ ਕਰਨ ਵਾਸਤੇ ਨਹੀਂ ਲੜੇ ਕਿ ਜਾਂ ਸ਼ਿਕਾਰ ਬਣਾਉਣਾ ਅਸੀਂ ਵੀ ਵੱਢ ਕੇ ਖਾਵਾਂਗੇ। ਉਹ ਤਾਂ ਕੱਟੇ ਆ ਜਿਹੜੇ, ਜਿਵੇਂ ਗੀਤਾ ਵਿੱਚ ਲਿਖਿਆ ਵੀ ਅਸੀਂ ਕ੍ਰਿਸ਼ਨ ਭਗਵਾਨ ਵੀ ਵੈਰੀਆਂ ਦਾ ਨਾਸ਼ ਕਰਨ ਵਾਸਤੇ ਆਉਂਦੇ ਹਾਂ, ਸੰਤਾਂ ਦਾ ਪ੍ਰਕਾਸ਼ ਬਚਾਉਣ ਵਾਸਤੇ ਆਉਂਦੇ ਹਾਂ। ਇਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ, 10 ਗੁਰੂ ਸਾਹਿਬਾਨ ਆਏ ਹੈ, ਜਿੰਨੇ ਵੀ ਪੀਰ ਪੈਗੰਬਰ ਔਲੀਏ ਹੁੰਦੇ ਆ ਵੈਰੀਆਂ ਦਾ ਨਾਸ਼ ਕਰਨ ਵਾਸਤੇ ਹੁੰਦੇ, ਨਾ ਕਿ ਉਹ ਆਪ ਜਿਹੜਾ ਖਾਣ ਪੀਣ ਵਾਸਤੇ ਹੁੰਦੇ। ਫਿਰ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਤੇ ਚਰਨਾ ਅੰਮ੍ਰਿਤ ਛਕਾਉਂਦੇ ਰਹੇ, ਚਰਨਾਂ ਦੀ ਪੌਲ। ਅਤੇ ਗੁਰੂ ਗੋਬਿੰਦ ਸਿੰਘ ਵੀ ਇਸੇ ਤਰ੍ਹਾਂ ਕਰ ਲੈਂਦੇ, ਕੀ ਲੋੜ ਹੀ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਬਣਾਉਣ ਦੀ ਹੈ। ਪਰ ਇਹ ਨਹੀਂ ਸੋਚਦੇ ਵੀ 9 ਗੁਰੂ ਸਾਹਿਬਾਨਾਂ ਨੂੰ ਪਤਾ ਸੀ ਵੀ ਅਸਾਂ ਨੇ 10 ਸਰੂਪ ਧਾਰਨ ਕਰਨੇ ਆ। ਜਦੋਂ 10ਵੇਂ ਜਾਮੇ ਵਿੱਚ ਆਏ ਹੈ ਅਤੇ ਇਹ ਸਤਿਗੁਰੂ ਜੀ ਨੇ ਬਹੁਤ ਡੂੰਘਾ ਵਿਚਾਰਿਆ, ਕਿਉਂਕਿ ਗੁਰੂ ਸਾਹਿਬ ਨੂੰ ਵਿਚਾਰਨ ਦੀ ਵੀ ਜ਼ਰੂਰਤ ਨਹੀਂ, ਉਂਝ ਪਤਾ ਹੀ ਹੈ ਵੀ 10 ਸਰੂਪ ਧਾਰਨ ਕਰਨੇ ਆ। ਵੀ ਹੁਣ ਅਸਾਂ ਨੇ ਕੋਈ ਗੁਰੂ ਦੇ ਥਾਪਣਾ ਨਹੀਂ ਹੈ, ਕੋਈ ਦੇਹਧਾਰੀ ਗੁਰੂ ਬਣਾਉਣਾ ਨਹੀਂ ਹੈ। ਫਿਰ ਚਰਨਾ ਅੰਮ੍ਰਿਤ ਕਿਹਦਾ ਲੈਣਗੇ ਸਿੱਖ ਸਾਡੇ? ਖੰਡੇ ਬਾਟੇ ਦਾ ਤਾਂ ਹੀ ਗੁਰਬਾਣੀ ਦੇ ਰਾਹੀਂ ਸਾਨੂੰ ਬਾਟਾ ਦਿੱਤਾ, ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ਿਆ ਵੀ ਇਹ ਗੁਰੂ ਦੀ ਹਜ਼ੂਰੀ ਵਿੱਚ ਤਿਆਰ ਕਰਕੇ ਛਕ ਲੈਣਾ ਹੈ। ਜੇ ਚਰਨਾ ਅੰਮ੍ਰਿਤ ਤੱਕ ਰੱਖਦੇ 10ਵੇਂ ਪਾਤਸ਼ਾਹ, ਹੁਣ ਅੱਗੇ ਤਾਂ ਕੋਈ ਗੁਰੂ ਬਣਨਾ ਨਹੀਂ ਸੀ ਅਤੇ ਸਿੱਖ ਫਿਰ ਕਿੱਥੋਂ ਗੁਰੂ ਦੇ ਚਰਨਾਂ ਦੀ ਪੌਲ ਲੈਂਦੇ? ਇਸ ਲੰਮੀਆਂ ਸੋਚ ਵਿਚਾਰਾਂ ਬਹੁਤ ਪ੍ਰਮਾਣ ਹੈ, ਇੱਥੇ ਸਮਾਂ ਨਹੀਂ ਹੈ ਇੰਨਾ। ਇੱਥੇ ਸਿੱਧੀ ਇਤਿਹਾਸ ਮੁਤਾਬਕ ਸਪਸ਼ਟ ਗੱਲ ਹੁੰਦੀ ਹੈ ਵੀ ਗੁਰੂ ਨਾਨਕ ਸਾਹਿਬ ਆਪ ਕਹਿ ਰਹੇ ਹੈ ਵੀ ਮਾਸ ਨਹੀਂ ਖਾਣਾ ਹੈ, ਇਹ ਜਿਹੜੀ ਮਾਸ ਦੀ ਬਿਰਤੀ ਖਾਣ ਦੀ ਛੱਡ ਦੇਣੀ ਹੈ। ਇਹਨਾਂ ਦੀ ਜਿਹੜੀ ਆਦਤ ਉਹ ਭੁਲਾਈ ਹੈ ਦੇਵ ਦੈਂਤਾਂ ਦੀ। ਸਤ ਸੰਗਤ ਕਰ ਹੀ ਸੁਖ ਬਾਰੀ, ਜੋ ਸੁੱਖਾਂ ਦੀ ਵਾੜੀ ਹੈ ਸਤ ਸੰਗ, ਉਸ ਨੂੰ ਕਰਦੇ ਐ ਸਾਰੇ ਦੋਵੇਂ ਟਾਈਮ ਹੀ। ਹੁਣ ਭੇ ਤਿਆਰ ਜਬ ਚਲਨੇ ਹੇਤਾ, ਜਦੋਂ ਗੁਰੂ ਨਾਨਕ ਸਾਹਿਬ ਜੀ ਇੱਥੋਂ ਚੱਲਣ ਵਾਸਤੇ ਤਿਆਰ ਹੋ ਗਏ, ਭਨਤ ਭਏ ਬੇਦੀ ਕੁਲ ਕੇਤਾ, ਬੇਦੀਆਂ ਦੇ ਕੁਲ ਦੇ ਜੋ ਧੁਜਾ ਰੂਪ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਸੁਦਰਸਨ ਜੋ ਭੂਪ ਮਹਾਨਾ, ਐ ਵੀ ਦੇਵਲੂਤ ਰਾਖਸ਼ ਰਾਜਾ, ਇਹ ਜੋ ਸੁਦਰਸੈਨ ਮਣੀਪੁਰ ਰਿਆਸਤ ਦਾ ਮਹਾਨੀ ਰਾਜਾ ਹੈ। ਦੇਵਲੂਤ ਮਾਨਹ ਤਿਹ ਆਨਾ, ਹੇ ਦੇਵਲੂਤ ਤੂੰ ਉਹਨਾਂ ਦੀ ਸ਼ਰਨ ਜਾ ਕੇ
ਉਹਨਾਂ ਦੀ ਹੀਣ ਮੰਨ ਲਾ। ਹਿੰਸਾ ਨਹੀਂ ਜੀਵ ਕੀ ਕੀਜੈ। ਨਾਲ ਹੀ ਸਾਡਾ ਉਪਦੇਸ਼ ਹੈ ਕਿ ਜਿਹੜੀ ਜੀਵਾਂ ਦੀ ਹਿੰਸਾ ਕਰਨੀ, ਜੀਵ ਘਾਤ ਕਰਨਾ, ਇਹ ਨਹੀਂ ਕਰਨਾ ਅੱਜ ਤੋਂ ਬਾਅਦ। ਸਤਿਗੁਰ ਜਾਪ ਜਪਹੁ ਦੁਖ ਸੀਜੈ। ਜੋ ਸਤਿਗੁਰੂ ਦੀ ਪ੍ਰਾਪਤੀ ਕਰਾਉਣ ਵਾਲਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ ਨਾ, ਵਾਹਿਗੁਰੂ, ਉਸ ਵਾਹਿਗੁਰੂ ਨੂੰ ਜਪਣਾ ਕਰ, ਜਿਸ ਕਰਕੇ ਦੁੱਖ ਸੀਜੇ ਕਈਏ ਨਾਸ ਹੋ ਜਾਣਗੇ। ਦੋਹਰਾ ਦੇਵਲੂਤ ਬੋਲਿਓ ਤਬਹ। ਤਦੋਂ ਦੇਵਲੂਤ ਇਹ ਰਾਜਾ ਬੋਲਿਆ ਰਾਖਸ਼, ਮੁਝ ਤੇ ਉੱਤਮ ਧੂਰ। ਮਹਾਰਾਜ ਮੈਂ ਕੀ ਹਾਂ ਤੁਹਾਡੇ ਅੱਗੇ, ਮੇਰੇ ਨਾਲੋਂ ਤੇ ਜਿਹੜੇ ਤੁਹਾਡੇ ਚਰਨਾਂ ਦੀ ਧੂੜੀ ਹੈ ਉਹੀ ਉੱਤਮ ਮਹਾਨ ਹੈ। ਸ਼ਕਤ ਨਹੀਂ ਤ੍ਰਿਨ ਤਰਹੁ, ਸ਼ਕਤ ਨਹੀਂ ਤ੍ਰਿਨ ਤੋਰਹੁ। ਮਹਾਰਾਜ ਤੁਸੀਂ ਕਹਿੰਦੇ ਵੀ ਜੀਵ ਹੱਤਿਆ ਨਹੀਂ ਕਰਨੀ ਹੈ, ਮੇਰੇ ਵਿੱਚ ਤੇ ਹੁਣ ਕੱਖ ਦਾ ਤੀਲਾ ਤੋੜਨ ਦੀ ਵੀ ਸ਼ਕਤੀ ਨਹੀਂ ਰਹਿ ਗਈ। ਸੁਣੀਏ ਸ੍ਰੀ ਜਗ ਮੂਰ। ਜਗਤ ਦੇ ਮੁੱਢ ਰੂਪ ਗੁਰੂ ਨਾਨਕ ਸਾਹਿਬ ਜੀ ਮੇਰਾ ਬਚਨ ਸੁਣੀਏ ਵੀ ਜੀਵ ਹੱਤਿਆ ਤੇ ਮੈਂ ਕੀ ਕਰਨੀ ਹੈ, ਤੁਹਾਡੀ ਆਗਿਆ ਤੋਂ ਬਿਨਾਂ ਤੇ ਮੈਂ ਤੀਲਾ ਵੀ ਨਹੀਂ ਤੋੜ ਸਕਦਾ। ਚੌਪਈ ਰਾਵਰ ਕੀ ਆਇਸ ਧਰ ਸੀਸਾ। ਆਪ ਜੀ ਦੀ ਜਿਹੜੀ ਆਗਿਆ ਉਸ ਨੂੰ ਸੀਸ ਉੱਪਰ ਰੱਖਾਂਗਾ ਸਦਾਈ। ਸੁਦਰਸੈਨ ਅਬ ਭਾ ਮਮ ਈਸਾ। ਜੋ ਸੁਦਰਸੈਨ ਰਾਜਾ ਉਹ ਤੇ ਮੇਰਾ ਮਾਲਕ ਹੈ, ਮੈਂ ਉਹਨਾਂ ਦੀ ਸ਼ਰਨ ਰਹਾਂਗਾ ਦਾਸ ਬਣ ਕੇ। ਮੇਰਾ ਮਾਲਕ ਹੋ ਗਿਆ ਸੁਦਰਸੈਨ ਰਾਜਾ। ਗਮਨ ਸਮੈ ਰਾਖਸ ਮਿਲ ਸਾਰੇ। ਜਦੋਂ ਗੁਰੂ ਸਾਹਿਬ ਜੀ ਚੱਲੇ ਆ ਉਸ ਸਮੇਂ ਸਾਰੇ ਰਾਖਸ਼ ਮਿਲ ਕਰਕੇ ਇਕੱਠੇ ਹੋਏ ਐ। ਸ੍ਰੀ ਗੁਰੂ ਕੇ ਪਦ ਕਮਲ ਜਹਾਰੇ। ਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਪਰ ਨਮਸਕਾਰਾਂ ਕਰਦੇ ਐ ਵਾਰੋ ਵਾਰੀ। ਸ੍ਰੀ ਨਾਨਕ ਨਾਮੋ। ਤੇ ਮੁਖੋਂ ਕਹਿੰਦੇ ਐ ਸੁਭਾਏ ਮਾਨ ਗੁਰੂ ਨਾਨਕ ਸਾਹਿਬ ਜੀ, ਸੋਭਾ ਵਾਲੇ ਗੁਰੂ ਨਾਨਕ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਜੀ। ਸਿਮਰਨ ਕਰਨ ਲੱਗੇ ਅਬਰਾਮੋ। ਬੜਾ ਸੁੰਦਰ ਜਿਹੜਾ ਸਿਮਰਨ ਹੈ ਗੁਰੂ ਸਾਹਿਬ ਜੀ ਦੇ ਨਾਮ ਦਾ ਕਰਨ ਲੱਗੇ ਸਾਰੇ ਰਾਖਸ਼। ਵਿਦਾ ਹੋਏ ਗਮਨੇ ਗੁਣ ਖਾਨੀ। ਗੁਣਾਂ ਦੀ ਖਾਨ ਸਤਿਗੁਰ ਜੀ ਇਹਨਾਂ ਤੋਂ ਵਿਦਾ ਹੋ ਕੇ ਚੱਲ ਪਏ। ਕਿਤ ਅਵਨੀ ਕਿਤ ਸਾਗਰ ਪਾਨੀ। ਚੱਲਦਿਆਂ ਚੱਲਦਿਆਂ ਕਿਤੇ ਤੇ ਧਰਤੀ ਆ ਜਾਂਦੀ ਹੈ, ਕਿਤੇ ਸਮੁੰਦਰ ਦਾ ਪਾਣੀ ਆ ਜਾਂਦਾ ਹੈ, ਕਿਤੇ ਸਮੁੰਦਰ ਦਾ ਪਾਣੀ ਆ ਜਾਂਦਾ ਹੈ, ਕਿਤੇ ਟਾਪੂ ਆ ਜਾਂਦੇ ਆ, ਉਹ ਧਰਤੀ ਆ ਜਾਂਦੀ, ਜੰਗਲ ਆ ਜਾਂਦੇ ਹਨ। ਚੱਲੇ ਜਾਹੇ ਇੱਕ ਸਾਰ ਅਗਾਰੀ। ਗੁਰੂ ਸਾਹਿਬ ਜੀ ਭਾਵੇਂ ਧਰਤੀ ਆ ਜੇ, ਸਮੁੰਦਰ ਦਾ ਪਾਣੀ ਆ ਜੇ, ਇੱਕ ਸਾਰੀ ਚੱਲੇ ਜਾ ਰਹੇ ਹੈ। ਪਾਣੀ ਦੇ ਉੱਤੇ ਉੱਤੇ ਜੇ ਜੰਗਲ ਆਉਂਦਾ ਹੈ, ਧਰਤੀ ਮਾਰੂਥਲ ਆਉਂਦਾ ਹੈ, ਟਾਪੂ ਆਉਂਦੇ ਤਾਂ ਵੀ ਉੱਪਰ ਉੱਪਰ ਹੀ ਇੱਕ ਰਾਸੀ ਚੱਲੇ ਜਾ ਰਹੇ ਐ। ਆਏ ਗਇਓ ਕਾਨਨ ਤਬ ਭਾਰੀ। ਚੱਲਦਿਆਂ ਚੱਲਦਿਆਂ ਇੱਕ ਜਿਹੜਾ ਜੰਗਲ ਹੈ ਉਸ ਵੇਲੇ ਬਹੁਤ ਭਾਰੀ ਆ ਗਿਆ, ਬਹੁਤ ਸੰਘਣੀ ਉਜਾੜ। ਫੂਲ ਚਲਨਾ ਸੋ ਪੂਰਨ ਰੂਰਾ। ਫੂਲ ਫਲਨ ਸੋ ਪੂਰਨ ਰੂਰਾ। ਜੋ ਜੰਗਲ ਆ ਫੁੱਲਾਂ ਤੇ ਫਲਾਂ ਨਾਲ ਬੜਾ ਸੋਹਣਾ ਭਰਿਆ ਪਿਆ ਸੀ, ਫਲਦਾਰੀ ਰੁੱਖ ਸਨ, ਦਰਖਤ। ਕਿਤੇ ਦੂਰ ਲੋ ਦੀਸਤ ਪੂਰਾ। ਉਹ ਥੋੜੀ ਦੂਰ ਤੱਕ ਨਹੀਂ, ਬਹੁਤ ਕਿੰਨੀ ਦੂਰ ਤੱਕ ਹੀ ਬਹੁਤ ਤਕੜਾ ਹੀ ਜੰਗਲ ਦਿਸ ਰਿਹਾ ਸੀ। ਤਾਂ ਕਿ ਪਹੁੰਚੇ ਜਾਏ ਮਝਾਰਾ। ਉਸ ਜੰਗਲ ਦੇ ਵਿੱਚ ਜਿੱਥੇ ਫਲ ਤੇ ਫੁੱਲ ਰੁੱਖਾਂ ਨਾਲ ਭਰੇ ਪਏ, ਉਸ ਜੰਗਲ ਵਿੱਚ ਜਾ ਕੇ ਦੇਖੀ ਬਨ ਮਾਨਸ ਕੀ ਡਾਰਾ। ਉਸ ਜੰਗਲ ਵਿੱਚ ਜਾ ਪਹੁੰਚੇ ਹੈ ਤੇ ਜੋ ਸਤਿਗੁਰੂ ਜੀ ਹੈ ਉਹਨਾਂ ਨੇ ਜਿਹੜੇ ਬਣੂ ਮਾਨਸ ਹੈ ਉਹਨਾਂ ਦੀ ਡਾਰਾਂ ਦੇਖੀਆਂ। ਜੰਗਲ ਦੇ ਮਨੁੱਖ, ਜੰਗਲੀ ਮਨੁੱਖ ਆ ਜਿਹੜੇ ਜਿਵੇਂ ਬਾਂਦਰ ਜਾਤੀ ਹੁੰਦੀ ਹੈ ਉਸੇ ਤਰ੍ਹਾਂ ਦੇ, ਪਰ ਕੁਝ ਨਰਮ ਤੇ ਥੋੜ੍ਹੇ ਸਿਆਣੇ ਹੁੰਦੇ, ਉਹ ਥੋੜ੍ਹੀ ਸੋਚ ਉੱਚੀ ਹੁੰਦੀ, ਪਸ਼ੂਆਂ ਸਮਾਨ ਹੀ ਉਂਝ ਹੁੰਦੇ ਪਰ ਥੋੜ੍ਹੀ ਬਹੁਤ ਸਿਆਣਪ ਹੁੰਦੀ ਉੱਤੇ ਕੁਝ ਕੁ। ਇਹ ਜਿਹੜੇ ਜੰਗਲੀ ਮਨੁੱਖ ਉਹ ਦੇਖੇ ਆ, ਉਹਨਾਂ ਦੀ ਡਾਰ ਦੇਖੀ ਹੈ। ਬਾਲ ਵਿਸਾਲ ਦਿਗੰਬਰ ਅੰਗਾ। ਜਿਨ੍ਹਾਂ ਦੇ ਸਰੀਰ ਉੱਪਰ ਬੜੇ ਬੜੇ ਤਕੜੇ ਵਾਲ ਜੱਤਾਂ ਜੀਆਂ ਹਨ ਤੇ ਅੰਗਾਂ ਤੋਂ ਵੀ ਦਿਗੰਬਰ ਨੰਗੇ ਹੈ, ਬੇਪਰਦੇ ਹੀ ਹਨ। ਰੂਪ ਭਿਆਨਕ ਮੇਚ ਕਰੰਗਾ। ਭਿਆਨਕ ਹੀ ਉਹਨਾਂ ਦਾ ਰੂਪ ਜਿਹਾ ਹੈ,
ਤੇ ਕਾਲੇ ਰੰਗ ਦੇ ਐ ਕਾਲੇ ਸ਼ਾਹ। ਪਸ਼ੂ ਸਮਾਨ ਕਿਰਿਆ ਜਨ ਕੇਰੀ। ਜਿਨ੍ਹਾਂ ਉਹ ਬਣੂ ਮਾਨਸਾ ਜੰਗਲੀ ਪੁਰਸ਼ਾਂ ਦੀ ਜਿਹੜੀ ਬਿਰਤੀ ਹੈ ਪਸ਼ੂਆਂ ਸਮਾਨ ਹੈ। ਆ ਪਸ਼ੂਆਂ ਸਮਾਨ ਹੀ ਕਿਰਿਆ ਜਿਵੇਂ ਪਸ਼ੂ ਕਰਦੇ ਹੁੰਦੇ ਐ। ਮਰਦਾਨੇ ਜਬ ਡਾਰ ਸੋਹੇਰੀ। ਜਦੋਂ ਭਾਈ ਮਰਦਾਨੇ ਨੇ ਬਣੂ ਮਾਨਸਾ ਜੰਗਲੀ ਮਨੁੱਖਾਂ ਦੀ ਡਾਰ ਦੇਖੀ ਐ ਤੈ ਕਰ ਪ੍ਰਭ ਸੋ ਗਿਰਾ ਅਲਾਈ। ਬੜਾ ਡਰ ਜਿਹਾ ਕਰਕੇ ਗੁਰੂ ਨਾਨਕ ਸਾਹਿਬ ਜੀ ਨੂੰ ਬਚਨ ਕਿਹਾ, ਮਨ ਮੈਂ ਕਿਆ ਇਹ ਵੱਡੀ ਬਲਾਈ। ਮਹਾਰਾਜਾ ਜੰਗਲ ਵਿੱਚ ਕੀ ਵੱਡੀਆਂ ਜੀਆਂ ਬਲਾਵਾਂ ਤੁਰੀਆਂ ਫਿਰਦੀਆਂ ਹਨ। ਇਹਨਾਂ ਤੇ ਮੋਹ ਕੋ ਲਗਹਿ ਆਤੰਕਾ। ਇਹਨਾਂ ਨੂੰ ਵੇਖ ਵੇਖ ਕੇ ਮੈਨੂੰ ਤੇ ਬੜਾ ਡਰ ਲੱਗ ਰਿਹਾ ਹੈ। ਸੁਨ ਬੋਲੇ ਸ੍ਰੀ ਬਦਨ ਮਯੰਕਾ। ਆ ਜਿਨ੍ਹਾਂ ਦਾ ਚੰਦਰਮਾ ਵਰਗਾ ਮੁਖ ਹੈ ਸੁਭਾਏਮਾਨ ਗੁਰੂ ਨਾਨਕ ਸਾਹਿਬ ਜੀ ਬੋਲੇ ਉਸ ਵੇਲੇ, ਮਨ ਮਾਨਸ ਇਹਨਾਂ ਕੋ ਪਹਿਚਾਨੋ। ਇਹ ਭਾਈ ਮਰਦਾਨਾ ਇਹ ਕੋਈ ਬੁਲਾਵਾ ਨਹੀਂ ਹੈ ਤੇ ਜੰਗਲ ਦੇ ਮਨੁੱਖ ਹੈ, ਜੰਗਲੀ ਮਨੁੱਖ ਪਹਿਚਾਣ ਲਾ ਸਮਝ ਲਾ। ਕਿਉਂ ਹਿਰਦੇ ਡਰ ਤੁਝ ਨੈ ਮਾਨੋ। ਆ ਕਿਉਂ ਤੂੰ ਹਿਰਦੇ ਵਿੱਚ ਡਰ ਕਰਦਾ, ਵੇਖ ਕਿ ਕਿਉਂ ਮੰਨਦਾ ਡਰ। ਹਮ ਹੈ ਬਿਲੋਕਾ ਤਿਨ ਨੈ ਜਬਹੀ। ਤੂੰ ਵੇਖ ਨਾ ਧਿਆਨ ਨਾ, ਤੂੰ ਇਹਨਾਂ ਕੋ ਡਰਨਿਆ ਜਦੋਂ ਹੀ ਉਹਨਾਂ ਨੇ ਸਾਨੂੰ ਵੇਖਿਆ ਹੈ। ਭਾਗ ਚੱਲੇ ਡਰ ਕੈ ਔਰ ਸਭ ਹੀ। ਤੂੰ ਡਰ ਰਿਹਾ ਉਹਨਾਂ ਤੋਂ ਤੇ ਉਹ ਤੇ ਸਾਰੇ ਸਗੋਂ ਸਾਨੂੰ ਵੇਖ ਕੇ ਹਿਰਦੇ ਵਿੱਚ ਡਰ ਕੇ ਭੱਜ ਚੱਲੇ ਐ। ਰਹਿਓ ਏਕ ਠਾਂਡਾ ਤਿਹ ਥਾਈ। ਭਾਈ ਬਾਲਾ ਜੀ ਕਹਿੰਦੇ ਵੀ ਉਹ ਡਾਰ ਤੇ ਸਾਰੀ ਭੱਜ ਗਈ ਉਸ ਵੇਲੇ ਸਾਨੂੰ ਵੇਖ ਕੇ। ਉਸ ਸਮੇਂ ਇੱਕ ਜਿਹੜਾ ਉਹ ਬਣੂ ਮਾਨਸ ਜੰਗਲੀ ਮਨੁੱਖ ਸੀ ਉੱਥੇ ਹੀ ਖੜਾ ਰਿਹਾ। ਔਰ ਗਏ ਸਭ ਦੂਰ ਪਲਾਈ। ਹੋਰ ਤੇ ਸਾਰੇ ਡੜੰਗੇ ਮਾਰਦੇ ਛਾਲਾਂ ਮਾਰਦੇ ਨੱਠ ਗਏ। ਮੈਂ ਬੂਝਿਓ ਤਬ ਤਿਹ ਕੇ ਸਾਥਾ। ਭਾਈ ਬਾਲਾ ਜੀ ਕਹਿੰਦੇ ਵੀ ਗੁਰੂ ਅੰਗਦ ਦੇਵ ਸਾਹਿਬ ਜੀ ਉਹ ਜਿਹੜਾ ਖਲੋਤਾ ਰਹਿ ਗਿਆ ਸੀ ਨਾ ਜੰਗਲੀ ਮਨੁੱਖ, ਮੈਂ ਉਹਨੂੰ ਪੁੱਛਿਆ, ਉਸ ਦੇ ਨਾਲ ਮੈਂ ਗੱਲਬਾਤ ਕੀਤੀ, ਪੁੱਛਿਆ ਕੋ ਹੈ ਤੂੰ ਕਹੀਏ ਨਿਜ ਗਾਥਾ। ਉਹ ਪੁੱਛਿਆ ਵੀ ਤੂੰ ਕੌਣ ਹੈ ਤੇ ਤੇਰੀ ਵੀ ਕੀ ਕਥਾ ਕਹਾਣੀ ਹੈ, ਕੀ ਗੱਲਬਾਤ ਹੈ, ਕਹਿ ਦੇ ਸਾਨੂੰ। ਸੁਨ ਤਹ ਉੱਚੇ ਚੀਕ ਪੁਕਾਰੀ। ਉਸ ਨੇ ਸੁਣ ਕੇ ਬੋਲਿਆ ਤੇ ਕੁਝ ਨਹੀਂ ਹੈ, ਉੱਚੀ ਸਾਰੀ ਚੀਕ ਜੀ ਮਾਰੀ ਹੈ। ਲਖੀ ਨਾ ਪਸ਼ੂ ਸਮਾਨ ਉਚਾਰੀ। ਉਹ ਜਿਹੜੀ ਉਹਨੇ ਚੀਕ ਮਾਰੀ ਉਹ ਪਸ਼ੂਆਂ ਵਰਗੀ ਮਾਰੀ ਹੈ। ਭਾਈ ਬਾਲਾ ਜੀ ਕਹਿੰਦੇ ਮੈਂ ਕੋਈ ਜਾਣਿਆ ਨਹੀਂ ਵੀ ਕੀ ਬੋਲਿਆ, ਕੀ ਦੱਸਿਆ ਮੈਨੂੰ। ਬੂਝੇ ਮੈਂ ਤਬ ਹੀ ਗੁਣ ਐਨਾ। ਉਸ ਵੇਲੇ ਜੋ ਗੁਣਾਂ ਦੇ ਘਰ ਗੁਰੂ ਨਾਨਕ ਸਾਹਿਬ ਜੀ, ਮੈਂ ਉਹਨਾਂ ਨੂੰ ਪੁੱਛਿਆ, ਕਿਉਂ ਨਹ ਇਹ ਬੋਲਤ ਸ਼ੁਭ ਬੈਨਾ। ਮਹਾਰਾਜ ਵੇਖਣ ਵਿੱਚ ਤੇ ਸਾਡੇ ਵਰਗੇ ਲੱਗ ਰਹੇ ਐ, ਫਿਰ ਜਿਵੇਂ ਅਸੀਂ ਚੰਗੀ ਬੋਲੀ ਬੋਲਦੇ ਆ ਉਹ ਚੰਗੇ ਬਚਨ ਇਹ ਕਿਉਂ ਨਹੀਂ ਬੋਲਦੇ। ਮਾਨਕ ਸੇ ਇਨਕੇ ਸਰਬੰਗਾ। ਇਹਨਾਂ ਦੇ ਜਿਹੜੇ ਆ ਸਾਰੇ ਅੰਗ ਪ੍ਰਤੰਗ ਉਹਦੇ ਮਨੁੱਖਾਂ ਵਰਗੇ ਹੀ ਐ। ਹਮ ਕੋ ਪਿਖ ਭਾਗੇ ਡਰ ਸੰਗਾ। ਤੇ ਸਾਨੂੰ ਆ ਵੇਖ ਕੇ ਜਿਹੜਾ ਡਰ ਨਾਲ ਭੱਜ ਵੀ ਗਏ ਤੇ ਹੈ ਵੇਖਣ ਵਿੱਚ ਸਾਡੇ ਵਰਗੇ ਹੀ ਲੱਗਦੇ ਐ। ਸ੍ਰੀ ਗੁਰੂ ਕਹਾ ਬੈਨ ਇਨ ਆਸੇ। ਮਹਾਰਾਜ ਕਹਿੰਦੇ ਵੀ ਭਾਈ ਬਾਲਾ ਇਹਨਾਂ ਦੇ ਬਚਨ ਇਸ ਤਰ੍ਹਾਂ ਦੇ ਚੀਕ ਜੀ ਮਾਰ ਕੇ ਬੁਲਾਉਂਦੇ ਹੁੰਦੇ ਐ। ਨਹੀਂ ਭਨਤ ਮਾਨਖ ਬਚ ਜੈਸੇ। ਜਿਸ ਤਰ੍ਹਾਂ ਹੀ ਮਨੁੱਖ ਬਚਨ ਬੋਲਦੇ ਆ ਉਸ ਤਰ੍ਹਾਂ ਦੇ ਬਚਨ ਨਹੀਂ ਕਹਿੰਦੇ, ਇਹਦੇ ਚੀਕ ਜੀ ਮਾਰਦੇ ਹੁੰਦੇ ਐ। ਪਸ਼ੂ ਸਮਾਨ ਅਹ ਅਨਜਾਨੇ। ਪਸ਼ੂ ਜਿਵੇਂ ਅਣਜਾਣ ਜੇ ਹੁੰਦੇ, ਬੇਸਮਝ ਉਹਨਾਂ ਸਮਾਨ ਹੀ ਹੈ ਬੇਸਮਝ। ਤਿੰਨ ਤੇ ਕਛੁਕ ਹੋਚ ਸਰੰਸਾਨੇ। ਹਾਂ ਉਹਨਾਂ ਬਾਂਦਰਾਂ ਦੀ ਜਾਤੀ ਵਿੱਚੋਂ ਹੀ ਹੈ ਤੇ ਇਹਨਾਂ ਪਸ਼ੂਆਂ ਤੋਂ ਕੁਝ ਕੁ ਇਹਨਾਂ ਨੂੰ ਹੋਸ਼ ਹੁੰਦੀ ਹੈ, ਪਾ ਕੁਝ ਕੁ ਸਮਝਦੇ ਐ, ਉਂਝੇ ਪਸ਼ੂਆਂ ਸਮਾਨ ਹੀ ਐ। ਰਹਿਓ ਏਕ ਠਾਂਡਾ ਤਹ ਜੋ। ਉਸ ਵੇਲੇ ਜੋ ਇੱਕ ਇਹ ਬਣੂ ਮਾਨਸ ਜੰਗਲੀ ਮਨੁੱਖ ਉੱਥੇ ਖੜਾ ਰਿਹਾ ਸੀ। ਬਨ ਮੈਂ ਲੈਣਾ ਗਇਓ ਫਲ ਸੋ। ਉਸੇ ਵੇਲੇ ਜੰਗਲ ਵਿੱਚ ਫਲ ਜੇ ਲੈਣ ਚਲਾ ਗਿਆ। ਮਧੁਰ ਸਾਲ ਦੇਖ ਕਰ ਆਨੇ। ਬੜੇ ਮਿੱਠੇ ਰਸ ਵਾਲੇ ਜਿਹੜੇ ਆ ਫਲ ਦੇ ਕੇ ਲਿਆਂਦੇ ਉਸਨੇ। ਹਮ ਤੇ ਦੂਰ ਧਰੇ
ਡਰ ਮਾਨੇ। ਭਾਈ ਬਾਲਾ ਜੀ ਕਹਿੰਦੇ ਵੀ ਸਾਡੇ ਤੋਂ ਡਰ ਜਿਹਾ ਮੰਨ ਕੇ ਦੂਰ ਹੀ ਰੱਖ ਦਿੱਤੇ ਆ, ਮਤਲਬ ਇਸ਼ਾਰਾ ਜਿਹਾ ਕਰਤਾ ਦੂਰ ਜਾ ਰੱਖ ਕੇ ਵੀ ਤੁਹਾਡੇ ਵਾਸਤੇ ਲੈ ਕੇ ਆਇਆ ਹਾਂ ਮੈਂ। ਬਹਰੋ ਸੋ ਭੀ ਗਇਓ ਪਲਾਈ। ਮੁੜ ਜਿਹੜਾ ਉਹ ਬਣੂ ਮਾਨਸ ਸੀ ਜੰਗਲੀ ਮਨੁੱਖ ਉਹ ਵੀ ਭੱਜ ਗਿਆ। ਮਿਲਿਓ ਸੰਗ ਆਪਣੇ ਮਹਿ ਜਾਈ। ਆਪਣੇ ਸੰਗੀ ਸਾਥੀਆਂ ਨਾਲ ਜਾ ਮਿਲਿਆ। ਰੱਬ ਜੀ ਲੈ ਕਰ ਫਲ ਨਿਜ ਪਾਨੇ। ਇੱਧਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹ ਜਿਹੜੇ ਲਿਆਂਦੇ ਹੋਏ ਫਲ ਸੀ ਆਪਣੇ ਹੱਥਾਂ ਵਿੱਚ ਲੈ ਕਰਕੇ ਕਹਿਣ ਲੱਗੇ ਖਾਵਹੁ ਮਰਦਾਨੇ। ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਮਰਦਾਨਾ ਤੈਨੂੰ ਭੁੱਖ ਲੱਗੀ ਆ ਖਾ ਲਾ। ਮਹਾਨ ਬਚਨ ਲੀਨੇ ਕਰ ਮਾਹੀ। ਇੱਧਰ ਤੇ ਪਹਿਲਾਂ ਹੀ ਤਿਆਰੀ ਸੀ, ਬਚਨ ਮੰਨ ਕੇ ਉਸੇ ਵੇਲੇ ਹੱਥਾਂ ਵਿੱਚ ਲੈ ਲਏ। ਖਾਣ ਲੱਗਿਓ ਹੈ ਮਦਰ ਸਰਾਹੀ। ਜਦੋਂ ਹੀ ਭਾਈ ਮਰਦਾਨਾ ਉਹ ਫਲ ਖਾਣ ਲੱਗਿਆ, ਛਕਣ ਲੱਗਿਆ, ਬੜੇ ਮਿੱਠੇ ਸਲਾਉਂਦਾ ਹੈ, ਫਿਰ ਬੜੀਆਂ ਸਿਫਤਾਂ ਕਰਦਾ ਹੈ। ਖਾਏ ਬਹੁਤ ਜਬ ਹੀ ਤਿਪਤਾਨੇ। ਜਦੋਂ ਬਹੁਤ ਹੀ ਉਹ ਫਲ ਖਾ ਲਿਆ ਤੇ ਰੱਜ ਗਿਆ ਚੰਗੀ ਤਰ੍ਹਾਂ। ਉਨ ਅਗਰਜ ਕੀਨੋ ਪ੍ਰਸਥਾਨਾ। ਉਹ ਸਾਰੇ ਬਲੋ ਮਾਨਸ ਜੰਗਲੀ ਮਨੁੱਖਾਂ ਵੱਲ ਗੁਰੂ ਸਾਹਿਬ ਨੇ ਦੇਖ ਕੇ ਮਿਹਰ ਭਰੀ ਨਜ਼ਰ ਨਾਲ ਨਿਹਾਲ ਕਰ ਦਿੱਤਾ ਹੈ। ਫਿਰ ਭਾਈ ਮਰਦਾਨੇ ਨੂੰ ਫਲ ਛਕਾ ਕੇ ਅੱਗੇ ਚੱਲਣਾ ਕੀਤਾ ਹੈ। ਕਹੋ ਸਿੰਧ ਆਵਹਿ ਮਗ ਮਾਹੀ। ਰਸਤੇ ਵਿੱਚ ਕਦੇ ਤੇ ਸਮੁੰਦਰ ਆ ਜਾਂਦਾ ਹੈ, ਕਹੋ ਟਾਪੂ ਧਰਨੀ ਪਰ ਜਾਹੀ। ਕਿਤੇ ਸਮੁੰਦਰ ਵਿੱਚ ਜਿਹੜੇ ਟਾਪੂ ਉੱਚੀਆਂ ਥਾਵਾਂ ਵਾਲੀ ਧਰਤੀ ਹੈ ਉਹ ਆ ਜਾਂਦੀ, ਉਸ ਪਰ ਚਲੇ ਜਾਂਦੇ ਆ ਸਤਿਗੁਰੂ ਜੀ। ਸੋਨਦੀਪ ਦੇ ਜਿਹੜੇ ਆਸੇ-ਪਾਸੇ ਟਾਪੂ ਉੱਥੇ ਗੁਰੂ ਸਾਹਿਬ ਜੀ ਵਿਚਰ ਰਹੇ ਸਨ। ਕਿਤਕ ਦਿਵਸ ਜਬ ਕੀਨ ਪਿਆਨਾ। ਉਹ ਕੋਈ ਕਈ ਕੁ ਦਿਨ ਜਦੋਂ ਚੱਲਣਾ ਕੀਤਾ। ਸ਼ੁਦਾ ਸੰਗ ਬਿਹਬਲ ਮਰਦਾਨਾ। ਭਾਈ ਮਰਦਾਨਾ ਭੁੱਖ ਨਾਲ ਵਿਆਕਲ ਹੋ ਗਿਆ। ਤਬ ਕਾਨਨ ਆਵਾ ਇੱਕ ਭਾਰੀ। ਉਸ ਵੇਲੇ ਕੁਝ ਦਿਨਾਂ ਬਾਅਦ ਇੱਕ ਬੜਾ ਭਾਰੀ ਜੰਗਲ ਆ ਗਿਆ, ਸੰਘਣਾ ਹੀ। ਸਫਲ ਬਿਟਪ ਹੈ ਜਾ ਸਮਝਾਰੀ। ਜਿਸ ਜੰਗਲ ਵਿੱਚ ਫਲਾਂ ਦੇ ਸਹਿਤ ਬੜੇ ਦਰਖਤ ਹੈ ਫਲਦਾਰ। ਪੁਸ਼ਪਨ ਪੱਤਰਨ ਸੋ ਬਹੁ ਸੁੰਦਰ। ਉਹ ਜਿਹੜੇ ਦਰਖਤ ਹੈ ਬਹੁਤ ਸੁੰਦਰ ਪੱਤਿਆਂ ਨਾਲ ਭਰੇ ਤੇ ਫੁੱਲਾਂ ਫਲਾਂ ਨਾਲ ਭਰੇ ਹੋਏ ਹੈ। ਗਮਨੇ ਸ੍ਰੀ ਗੁਰੂ ਤਿਹ ਕੇ ਅੰਦਰ। ਸ੍ਰੀ ਗੁਰੂ ਨਾਨਕ ਸਾਹਿਬ ਜੀ ਉਹ ਦਰਖਤਾਂ ਜਿਹੜੇ ਫਲਦਾਰ ਦਰਖਤ ਹੈ ਉਹਨਾਂ ਦੇ ਅੰਦਰ ਚਲੇ ਗਏ। ਖਰੇ ਤਰੋਵਰ ਬ੍ਰਿੰਦ ਉਤੰਗਾ। ਉਹ ਜਿਹੜੇ ਫਲਦਾਰ ਦਰਖਤ ਬੜੇ ਉੱਚੇ ਹੈ ਤੇ ਰੁੱਖ ਜਿਹੜੇ ਬੜੇ ਸੰਘਣੇ ਖੜੋਤੇ ਹੋਏ ਐ। ਜਿਹ ਬਨ ਮੈਂ ਨਹਿ ਏਕ ਬਿਹੰਗਾ। ਜਿਸ ਜੰਗਲ ਵਿੱਚ ਫਲ ਤੇ ਬਹੁਤ ਹੈ ਪਰ ਇੱਕ ਵੀ ਕੋਈ ਪੰਛੀ ਨਹੀਂ ਦਿਸ ਰਿਹਾ। ਜੰਬਕ ਕੇ ਹਰ ਬ੍ਰਿਕ ਨਾ ਕਰੰਗਾ। ਨਾ ਕੋਈ ਗਿੱਦੜ, ਨਾ ਕਿਹਰੀ ਸ਼ੇਰ, ਨਾ ਬਘਿਆੜ, ਨਾ ਹਰਣੀ ਦਿਸ ਰਿਹਾ ਹੈ। ਸੂਕਰ ਸਸਾ ਨਾ ਰੋਜ ਮਤੰਗਾ। ਨਾ ਸੂਰ, ਨਾ ਸਹੇ, ਨਾ ਪਹਾੜੇ, ਨਾ ਹਾਥੀ। ਜੀਵ ਨਾਮ ਜਿਹ ਮੈਂ ਨਹਿ ਕੋਈ। ਜਿਸ ਜੰਗਲ ਵਿੱਚ ਜੀਵ ਨਾਮ ਹੈ ਨਾ ਵੀ ਕੋਈ ਛੋਟਾ ਵੱਡਾ ਜੀਵ ਹੀ ਹੋਵੇ ਉਹ ਕੋਈ ਨਹੀਂ ਦਿਸ ਰਿਹਾ, ਜਾਂ ਜੀਵ ਨਾ ਵੀ ਕੋਈ ਵੀ ਮਨੁੱਖ ਵੀ ਨਹੀਂ ਦਿਸ ਰਿਹਾ। ਪਰਿਓ ਸੋਨਾ ਚਾਹ ਦਿਸ਼ ਤੇ ਸੋਈ। ਉਹ ਜੰਗਲ ਤੇ ਸਾਰਾ ਚਾਰ ਚਫੇਰੇ ਮਨੁੱਖਾਂ ਪਾਸੋਂ ਪਸ਼ੂ ਪੰਛੀਆਂ ਪਾਸੋਂ ਖਾਲੀ ਸਖਣਾ ਹੀ ਪਿਆ ਹੋਇਆ ਹੈ। ਨਾ ਮਹਿ ਪਿਖ ਛਾਇਆ ਰਮਣੀਕਾ। ਉਸ ਵੇ ਜੰਗਲ ਵਿੱਚ ਸੋਹਣੀ ਜਿਹੜੀ ਸੰਘਣੀ ਛਾਂ ਦੇਖ ਕੇ ਬੈਠ ਗਏ ਬੇਦੀ ਕੁਲ ਟੀਕਾ। ਬੇਦੀਆਂ ਦੀ ਕੁਲ ਦੇ ਸ਼੍ਰੋਮਣੀ ਗੁਰੂ ਨਾਨਕ ਸਾਹਿਬ ਜੀ ਸੰਘਣੀ ਛਾਂ ਵੇਖ ਕੇ ਬੈਠ ਗਏ ਐ। ਏਕ ਮਹੂਰਤ ਬੀਤਾ ਜਬ ਹੀ। ਇੱਕ ਮਹੂਰਤ ਜਦੋਂ ਬੀਤ ਗਿਆ, ਭਾਵ 48 ਮਿੰਟ ਲੰਘ ਗਏ ਜਦੋਂ। ਬੋਲਿਓ ਮਰਦਾਨਾ ਬਾਚ ਤਬ ਹੀ। ਭਾਈ ਮਰਦਾਨਾ ਤਦੋਂ ਬਚਨ ਬੋਲਿਆ ਹੈ। ਸਦਾ ਸੰਗ ਬਿਹਬਲ ਮਮ ਪ੍ਰਾਨਾ। ਮਹਾਰਾਜ ਮੇਰੇ ਜਿਹੜੇ ਪ੍ਰਾਣ ਦੇ ਭੁੱਖ ਨਾਲ ਵੇਖੋ ਵਿਆਕਲੀ ਹੋ ਗਏ ਐ। ਆਇਸ ਦੇਹ ਕਰੋ ਫਲ ਖਾਨਾ। ਆਪ ਜੇ ਆਗਿਆ ਦੇ ਦਿਓ ਤੇ ਮੈਂ ਆ ਫਲ ਕਿੰਨੇ ਲੱਗੇ ਖਾ ਖੂਈ ਲਵਾਂ। ਤਿਤਕ ਦਿਵਸ ਬੀਤੇ ਬਿਨ ਖਾਏ। ਜੇ ਵੇਖ ਲੋ ਕਿੰਨੇ ਦਿਨੀ ਬੀਤ ਗਿਆ ਭੋਜਨ ਖਾਧੇ ਤੋਂ ਬਿਨਾ। ਨਹ ਆਹਾਰ ਮਗ ਮੈਂ ਕਹਿ
ਵੀ ਸ਼ਹਿਰਾਂ ਵਿੱਚ ਹੀ ਤੇ ਉਹ ਖਾਣਾ ਹੈ ਭੋਜਨ, ਰਸਤੇ ਵਿੱਚ ਕੋਈ ਸ਼ਹਿਰ ਨਹੀਂ ਆਇਆ, ਕੋਈ ਹੈ ਹੀ ਨਹੀਂ ਕਿਤੇ ਭੋਜਨ, ਕਿਤੇ ਮਿਲਿਆ ਹੀ ਨਹੀਂ, ਪਾਇਆ ਨਹੀਂ, ਛਕਿਆ ਹੀ ਨਹੀਂ ਹੈ। ਇਸ ਬਨ ਮਹਿਦੀ ਸਹਿ ਫਲ ਰੂਰੇ। ਆ ਜਿਹੜੇ ਜੰਗਲ 'ਚ ਤੁਸੀਂ ਆ ਬੈਠੇ ਹੋ, ਇਹਦੇ ਵਿੱਚ ਤੇ ਬੜੇ ਸੋਹਣੇ ਫਲਾਂ ਨਾਲ ਭਰੇ ਦਰਖਤ ਦਿਸ ਰਹੇ ਹੈ, ਮధుਰ ਵਿਸਾਲ ਰਸਨ ਕੇ ਪੂਰੇ। ਜੋ ਬੜੇ ਮਿੱਠੇ ਹੈ, ਰਸ ਦੇ ਨਾਲ ਪੂਰੇ ਭਰੇ ਹੋਏ ਜੂਸ ਨਾਲ। ਸ੍ਰੀ ਨਾਨਕ ਸੁਨ ਬਚਨ ਬਖਾਨਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੁਣ ਕੇ ਬਚਨ ਕਿਹਾ, ਬੈਠੋ ਹਮਰੇ ਢਿਗ ਮਰਦਾਨਾ। ਮਹਾਰਾਜ ਕਹਿੰਦੇ ਭਾਈ ਮਰਦਾਨਾ ਕੁਝ ਨਾ ਖਾ, ਇੱਥੇ ਕੋਲ ਹੀ ਬੈਠਾ ਰਹਿ। ਇਸ ਬਨ ਕੋ ਨਿਕੋ ਨਹ ਲਖੀਏ। ਇਹ ਜਿਹੜਾ ਤੂੰ ਦੇਖ ਰਿਹਾ ਨਾ ਕਿ ਬੜੇ ਫਲ ਭਰੇ ਹੋਏ, ਇਹਨੂੰ ਚੰਗਾ ਨਾ ਦੇਖ। ਚਾਹੋ ਔਰ ਤੇ ਸੋਨਾ ਪਿਖੀਏ। ਚਾਰੇ ਤਰਫਾ ਤੋਂ ਨਾ ਕੋਈ ਪੰਛੀ, ਨਾ ਕੋਈ ਮਨੁੱਖ ਹੈ, ਨਾ ਕੋਈ ਛੋਟਾ ਮੋਟਾ ਜੀਵਾ, ਖਾਲੀ ਦੇਖਿਆ ਜਾ ਰਿਹਾ, ਸਖਣਾ ਹੀ ਵੇਖਿਆ ਜਾ ਰਿਹਾ ਜੰਗਲ। ਪਸ਼ੂ ਨਾ ਪੰਖੀ ਦੇਤ ਦਿਖਾਈ। ਇਸ ਜੰਗਲ ਵਿੱਚ ਨਾ ਦੇ ਪਸ਼ੂ ਦਿਖਾਈ ਦੇ ਰਿਹਾ, ਨਾ ਕੋਈ ਪੰਛੀ ਦਿਖਾਈ ਦੇ ਰਿਹਾ ਹੈ। ਜਹ ਮਾਨਖ ਕੋ ਖੋਜ ਨਾ ਪਾਈ। ਜਿੱਥੇ ਆ ਜੰਗਲ ਵਿੱਚ ਮਨੁੱਖ ਵੀ ਉਹਦੀ ਖੋਜ ਨਹੀਂ ਪਾਈ ਜਾ ਰਹੀ, ਲੱਭਿਆ ਨਹੀਂ ਲੱਭ ਰਿਹਾ। ਧਾਰ ਧੀਰਜ ਕੋ ਬੈਠ ਸਮੀਪਾ। ਇਸ ਕਰਕੇ ਧੀਰਜ ਰੱਖ ਕੇ, ਹੌਸਲਾ ਰੱਖ ਕੇ ਕੋਲ ਹੀ ਬੈਠ ਜਾ ਸਾਡੇ। ਕੌਣ ਚੁੱਪ ਭੇ ਬੇਦੀ ਕੁਲ ਦੀਪਾ। ਬੇਦੀਆਂ ਦੀ ਕੁਲ ਦੇ ਪ੍ਰਕਾਸ਼ ਰੂਪ ਗੁਰੂ ਨਾਨਕ ਸਾਹਿਬ ਜੀ ਇਹ ਕਹਿ ਕੇ ਚੁੱਪ ਕਰ ਗਏ। ਸੋਨਾ ਰਸ ਜਗੀ ਅਧਿਕ ਮਰਦਾਨੇ। ਸੁਣ ਕੇ ਭਾਈ ਮਰਦਾਨੇ ਨੂੰ ਤੇ ਬਹੁਤ ਗੁੱਸਾ ਚੜ ਗਿਆ ਹੈ। ਖਿਜ ਕੈ ਨਿਸ਼ਠੁਰ ਭਜਨ ਬਖਾਨੇ। ਬੜਾ ਖਿੱਚ ਕੇ ਤੇ ਜਿਹੜੇ ਕਰੜੇ ਸਖਤੀ ਬਚਨ ਕਹੇ ਮਹਾਰਾਜ ਨੂੰ। ਜਹ ਆਹਾਰ ਆਵਤ ਕਰ ਮੇਰੇ। ਮਹਾਰਾਜ ਕਮਾਲ ਹੋ ਗਈ ਆ, ਜਿੱਥੇ ਆ ਭੋਜਨ ਛਕਣ ਵਾਸਤੇ ਮੇਰੇ ਹੱਥਾਂ ਵਿੱਚ ਆਉਂਦਾ ਹੈ। ਬਰਜਹ ਤਹ ਨਾ ਜਾਣ ਦਾਨੇਰੇ। ਤੁਸੀਂ ਉੱਥੇ ਰੋਕਦੇ ਹੋ ਤੇ ਭੋਜਨ ਦੇ ਨੇੜੇ ਤੇੜੇ ਨਹੀਂ ਜਾਣ ਦਿੰਦੇ, ਖਾਣ ਨਹੀਂ ਦਿੰਦੇ ਕੁਝ ਮੈਨੂੰ। ਮਨਹੁ ਬੈਰ ਕਰ ਮਾਰਤ ਮੋਹੀ। ਮੈਂ ਤੇ ਐਵੇਂ ਹੀ ਜਾਣਦਾ ਵੀ ਤੁਸੀਂ ਮੇਰੇ ਨਾਲ ਵੈਰ ਕਰਦੇ ਹੋ ਤੇ ਮੈਨੂੰ ਮਾਰਨਾ ਹੀ ਚਾਹੁੰਦੇ ਹੋ। ਕਿਉਂ ਜੀਵਨ ਜਗ ਮਹਿ ਅਬ ਉਹੀ। ਉਹ ਵੇਖੋ ਵੀ ਭੁੱਖਿਆਂ ਪਿਆਸਿਆਂ ਕਿਵੇਂ ਮੇਰਾ ਜੀਵਨ ਜਿਹੜਾ ਸੰਸਾਰ ਵਿੱਚ ਰਹੇਗਾ ਇਹ ਤੇ ਕਦੀ ਨਹੀਂ ਰਹਿ ਸਕਦਾ। ਕਹਾ ਖੁਦਾਏ ਮੁਝੇ ਮ੍ਰਿਤ ਦੀਨੀ। ਫਿਰ ਤੇ ਬਹੁਤਾ ਹੀ ਗੁੱਸੇ 'ਚ ਜਾ ਕੇ ਕਹਿਣ ਲੱਗੇ, ਹੇ ਖੁਦਾ ਆ ਕੀ ਕੀਤਾ ਤੂੰ, ਤੇ ਮੈਨੂੰ ਮੌਤ ਕਿੱਥੇ ਦਿੱਤੀ ਹੈ। ਰਹਿ ਦੇਹ ਜਹ ਖਫਨ ਬਹੀਨੀ। ਮੈਨੂੰ ਤੇ ਐਵੇਂ ਦਿਸ ਰਿਹਾ ਵੀ ਮੇਰੀ ਜਿਹੜੀ ਦੇਹ ਨਾ ਖੱਫਣ ਤੋਂ ਬਿਨਾਂ ਰਹਿ ਜਾਣੀ, ਕਿਸੇ ਨੇ ਖੱਫਣ ਵੀ ਨਹੀਂ ਪਾਉਣਾ ਇੱਥੇ। ਨਹੀਂ ਗੌਰ ਮੇਰੀ ਕਿ ਨ ਕਰਨੀ। ਇੱਥੇ ਕਿਸੇ ਨੇ ਕਬਰ ਵੀ ਨਹੀਂ ਮੇਰੀ ਕਰਨੀ, ਮੜੀ ਵੀ ਨਹੀਂ ਬਣਾਉਣੀ ਕਿਸੇ ਨੇ। ਜਾਂ ਹੀ ਪਰਿਓ ਰਹੋ ਗੋਤਰਨੀ। ਤੇ ਇੱਥੇ ਐ ਮਰਿਆ ਖਪਿਆ ਐਵੇਂ ਧਰਤੀ ਤੇ ਪਿਆ ਰਹਿਣਾ ਹੈ। ਹਾਂ ਤੋ ਡੂਮਾ ਕਰਤ ਗੁਜਰਾਨਾ। ਫਿਰ ਭਾਈ ਬਾਲੇ ਵੱਲ ਵੇਖ ਵੇਖ ਕੇ ਕਹਿੰਦੇ ਵੇਖੋ ਮੈਂ ਤੇ ਮਰਾਸੀ ਸਾਂ, ਚੰਗਾ ਬੜਾ ਗੁਜ਼ਾਰਾ ਕਰਦਾ ਸੀ ਆਪਣਾ। ਮੰਗ ਮੰਗ ਆਪਣੇ ਜਜਮਾਨਾ। ਆਪਣੇ ਜਿਹੜੇ ਜਜਮਾਨ ਹੈ ਬੇਦੀਆਂ ਦੀ ਕੁਲ ਦੇ, ਮੰਗ ਮੰਗ ਕੇ ਚੰਗਾ ਹੀ ਗੁਜ਼ਾਰਾ ਕਰਦਾ ਸੀ। ਬੈਠਿਓ ਸਦਨ ਸਭਾ ਸੁਖ ਪਾਵਤ। ਆਪਣੇ ਘਰ ਵਿੱਚ ਬੈਠਾ ਸੁਖ ਪਾਉਂਦਾ ਸੀ, ਮੌਜਾਂ ਲੁੱਟਦਾ ਸਾਂ ਮੈਂ। ਨਿਜ ਪਰਿਵਾਰ ਮਿਲਿਓ ਹਰ ਖਾਵਤ। ਪਰਿਵਾਰ ਵਿੱਚ ਮਿਲ ਜੁਲ ਕੇ ਖੁਸ਼ ਰਹਿੰਦਾ ਸਾਂ ਹਰ ਵਕਤ। ਗੁਜਰਿਓ ਹੋ ਤੋ ਆਪ ਇਹ ਘਰ ਤੇ। ਭਾਈ ਬਾਲੇ ਵੱਲ ਵੇਖ ਕੇ ਕਹਿੰਦੇ ਐ, ਭਾਈ ਬਾਲਾ ਜੀ ਆਪ ਤੇ ਗੁਰੂ ਨਾਨਕ ਸਾਹਿਬ ਘਰ ਤੋਂ ਉਜੜਿਆ ਹੋਇਆ ਹੈ। ਮੁਝੇ ਉਜਾਰਿਓ ਗੁਜਰ ਸੋ ਕਰਤੇ। ਹਾਂ ਮੈਂ ਚੰਗਾ ਬੜਾ ਗੁਜ਼ਾਰਾ ਕਰਦਾ ਸੀ, ਮੈਨੂੰ ਵੀ ਉਜਾੜੀ ਸੁੱਟਿਆ ਨਾਲ ਲੈ ਕੇ। ਨਿਕਟ ਬਿਟਪ ਕੇ ਫਲ ਹੈ ਮੇਰੇ। ਹਾਂ ਤੁਹਾਨੂੰ ਦੇਸ ਹੀ ਰਿਹਾ ਵੀ ਮੇਰੇ ਕੋਲ ਹੀ ਫਲ ਵਾਲੇ ਕਿੰਨੇ ਦਰਖਤ ਖੜੇ ਐ। ਤ੍ਰਿਪਤਾ ਇਨ ਕੋ ਖਾਏ ਕਨੇਰੇ। ਜੇ ਮੈਂ ਖਾ ਲੈਂਦਾ ਫਲ ਤੇ ਕੀ ਹੋ ਜਾਣਾ ਸੀ, ਸਗੋਂ ਚੰਗਾ ਹੀ ਰੱਜ ਪੁੱਜ ਜਾਣਾ ਸੀ। ਹਰ ਜਾਏ ਮੁਝ ਦੇਤ ਨਾ ਕਾਸੇ। ਵੀ ਗੁਰੂ ਨਾਨਕ ਸਾਹਿਬ ਮੇਰੇ ਮਾਲਕ ਕਿਸ ਤਰ੍ਹਾਂ ਨਹੀਂ ਮੈਨੂੰ ਆਗਿਆ ਦਿੰਦੇ,
ਆ ਕਿਉਂ ਨਹੀਂ ਮੈਨੂੰ ਕਹਿੰਦੇ ਵੀ ਖਾਲਾ ਰੱਜ ਕੇ। ਜਾਣਤ ਸਦਾ ਆਪਣੀ ਜੈਸੇ। ਇਹ ਤੇ ਇਸ ਤਰ੍ਹਾਂ ਜਾਣਦੇ ਜਿਵੇਂ ਇਹਨਾਂ ਦੀ ਆਪਣੀ ਭੁੱਖ ਹੈ, ਵੀ ਇਹਨਾਂ ਨੂੰ ਨਹੀਂ ਲੱਗਦੀ ਤੇ ਭਲਾ ਮੈਨੂੰ ਨਹੀਂ ਲੱਗਦੀ। ਮੈਨੂੰ ਤੇ ਰਾਤ ਦਿਨ ਲੱਗਦੀ ਹੈ ਭੁੱਖ। ਹੋ ਨਾ ਸਕਾ ਸਹ ਭੂਖ ਕਨੇਰੀ। ਭਾਈ ਬਾਲਾ ਮੈਂ ਤੇ ਸਿੱਧਾ ਕਹਿਣਾ ਵੀ ਭੁੱਖ ਤੇ ਮੈਨੂੰ ਬਹੁਤ ਲੱਗਦੀ, ਮੈਂ ਨਹੀਂ ਸਾਰ ਸਕਦਾ। ਇਹਨਾਂ ਕੋ ਹਸੀ ਸੁਹਾਵਤ ਮੇਰੀ। ਤੇ ਇਹਨਾਂ ਨੂੰ ਜਿਹੜੀ ਹੈ ਹਾਸੀ ਮਖੌਲ ਚੰਗੀ ਲੱਗਦੀ ਮੇਰੀ। ਮੈਂ ਕਹਿਣਾ ਵੀ ਕੁਝ ਖਾਣਾ ਹੈ, ਇਹ ਮੈਨੂੰ ਠੱਠੇ ਮਖੌਲ ਕਰਦੇ, ਹਾਸਾ ਨਹੀਂ ਚੰਗਾ ਲੱਗਦਾ ਮੈਨੂੰ ਤੁਹਾਡਾ। ਭਇਓ ਸ਼ੁਦਾ ਤੁਰ ਜਾਣਤ ਨਾਹੀ। ਆ ਇਹ ਨਹੀਂ ਜਾਣਦੇ ਵੀ ਸਾਡਾ ਸਾਥੀ ਭੁੱਖ ਨਾਲ ਵਿਆਕਲ ਹੋ ਗਿਆ ਹੈ, ਵੀ ਇਹਨੂੰ ਕੁਝ ਖਵਾ ਪਿਆ ਦਈਏ। ਫਲ ਨਾ ਖਾਨ ਦੇਵਤ ਬਰ ਜਾਹੀ। ਫਲ ਖਾਣ ਨਹੀਂ ਦਿੰਦੇ, ਸਗੋਂ ਰੋਕਦੇ ਵੀ ਰਹਿਣ ਦੇ, ਕੁਝ ਨਾ ਖਾ। ਆਸ ਪ੍ਰਕਾਰ ਖਿਜ ਕਹੇ ਅਯੋਗੋ। ਇਸ ਤਰ੍ਹਾਂ ਜਿਹੜੇ ਕਹਿਣ ਵਾਲੇ ਨਹੀਂ ਸੀ ਨਾ ਬਚਨ ਅਯੋਗ ਜਿਹੇ, ਉਹ ਖਿੱਚ ਕੇ ਕਹਿ ਦਿੱਤੇ ਐ। ਕਾਨਨ ਗਮਨਿਓ ਬਿਨਾ ਨ ਯੋਗੋ। ਫੇਰ ਤੇ ਨਹੀਂ ਆਪਣੀ ਮਨ ਮਰਜ਼ੀ ਕੀਤੀ, ਗੁਰੂ ਸਾਹਿਬ ਦੀ ਆਗਿਆ ਤੋਂ ਬਿਨਾਂ ਹੀ ਜੰਗਲ ਵਿੱਚ ਚਲਾ ਗਿਆ ਭਾਈ ਮਰਦਾਨਾ। ਖਾਨ ਲੱਗਿਓ ਫਲ ਮਦਰੇ ਸੁੰਦਰ। ਜਿਹੜੇ ਆ ਫਲ ਬੜੇ ਮਿੱਠੇ ਤੇ ਸੋਹਣੇ ਐ, ਖਾਣ ਲੱਗ ਪਿਆ ਹੈ। ਲਾਲਚ ਲੱਗੇ ਗਇਓ ਬਹੁ ਅੰਦਰ। ਉਹ ਲਾਲਚ ਜਿਹਾ ਲੱਗ ਗਿਆ ਵੀ ਇਹ ਤੇ ਬੜੇ ਸਵਾਦ ਹੈ। ਜੰਗਲ ਦੇ ਅੰਦਰ ਬਹੁਤਾ ਹੀ ਅਗਾਂਹ ਚਲੇ ਗਏ ਐ। ਉਤੋ ਦਾਤ ਇੱਕ ਤਹ ਪੈਕਾਰੀ। ਜਦੋਂ ਗਾਂਹ ਚਲੇ ਗਏ ਉੱਥੇ ਇੱਕ ਬੜਾ ਡਰਾਉਣਾ ਦੈਂਤ ਸੀ। ਜਿਹ ਨ ਗੱਜ ਮ੍ਰਿਗ ਕੀਨ ਆਹਾਰੀ। ਜਿਸ ਦੈਂਤ ਨੇ ਨਾ ਤੇ ਹਾਥੀ ਛੱਡਿਆ ਹੈ, ਨਾ ਕੋਈ ਹਿਰਨੀ ਛੱਡਿਆ ਹੈ, ਭੋਜਨ ਬਣਾ ਕੇ ਛਕ ਲਿਆਣਾ ਕੀਤੇ ਹੈ। ਦੋਏ ਸਹੰਸਰ ਕੋਸ ਲੋ ਸੋ। ਉਸ ਦੈਂਤ ਨੇ 200 ਕੋ ਤੱਕ ਬਨ ਮੈਂ ਜੀਵ ਨਾ ਛਾੜਿਓ ਕੋ। ਜੰਗਲ ਵਿੱਚ ਇੱਕ ਵੀ ਜੀਵ ਨਹੀਂ ਸੀ ਛੱਡਿਆ, ਸਫਾਇਆ ਕੀਤਾ ਹੋਇਆ ਸੀ ਖਾ ਖਾ ਕੇ। ਭਾਈ ਮਰਦਾਨਾ ਜੀ ਉਹਦੇ ਫਿਰ ਹੱਥ ਲੱਗ ਗਏ, ਜਿਵੇਂ ਉਹਨੇ ਚੁੱਕ ਕੇ ਆਪਣੇ ਮੁਖ ਵਿੱਚ ਪਾ ਲਿਆ ਭਾਈ ਮਰਦਾਨੇ ਨੂੰ। ਫਿਰ ਵਿੱਚ ਬੈਠੇ ਜਿਵੇਂ ਅਰਦਾਸਾਂ ਕਰਦੇ, ਮਹਾਰਾਜ ਮੈਨੂੰ ਬਚਾਓ, ਮੈਂ ਤੇ ਬੜਾ ਫਸ ਗਿਆ, ਖੂਹਾਂ ਦੇ ਖੂਹਾਂ 'ਚ ਡਿੱਗ ਪਿਆ ਹਾਂ। ਗੁਰੂ ਨਾਨਕ ਸਾਹਿਬ ਜਿਵੇਂ ਬਚਾਉਣਗੇ ਉਹ ਪ੍ਰਸੰਗ ਆਪਾਂ ਕੱਲ੍ਹ ਸਰਵਣ ਕਰਾਂਗੇ। ਹੁਣ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਣ ਵਾਲੇ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਵਿਚਾਰਾਂ ਦੀ ਸਮਾਪਤੀ ਹੈ। ਉਤੋ ਦਾਤ ਇੱਕ ਤਹ ਪੈਕਾਰੀ। ਜਿਹ ਨ ਗੱਜ ਮ੍ਰਿਗ ਕੀਨ ਆਹਾਰੀ। ਦੋਏ ਸਹੰਸਰ ਕੋਸ ਲੋ ਸੋ। ਬਨ ਮੈਂ ਜੀਵ ਨਾ ਛਾੜਿਓ ਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ